ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ 'ਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਅਤੇ ਮੇਰੇ ਨਾਲ ਇਸ ਵਕਤ ਸਰਦਾਰ ਬਖਤੌਰ ਸਿੰਘ ਢਿੱਲੋਂ ਜੁੜੇ ਹੋਏ ਨੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਜਿਵੇਂ ਇੱਕ ਗੱਲ ਪਹਿਲਾਂ ਮੈਂ ਜਨਤਕ ਤੌਰ 'ਤੇ ਨਹੀਂ, ਜਿਵੇਂ ਆਪਾਂ ਬੈਠੇ ਬਿਠਾਏ ਗੱਲਾਂ ਕਰਦੇ ਨੇ, ਕਿਹਾ ਸੀਗਾ ਕਿ ਪੰਜਾਬੀਆਂ ਨੂੰ ਮਾਨਸਿਕ ਤੌਰ 'ਤੇ ਚੰਡੀਗੜ੍ਹ ਨਾਲੋਂ ਤੋੜਿਆ ਜਾ ਰਿਹਾ ਅਤੇ ਕਿਸੇ ਹੱਦ ਤੱਕ ਬਹੁਤੇ ਪੰਜਾਬ ਨੂੰ ਤੋੜ ਵੀ ਲਿਆ ਸੀ। ਹੁਣ ਪਿੱਛੇ ਜੇ ਫੇਰ ਚੰਡੀਗੜ੍ਹ ਦਾ ਮੁੱਦਾ ਉੱਠਿਆ ਅਤੇ ਹਰਿਆਣੇ ਨੇ ਪੰਜਾਬ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਜਿਹੜਾ ਵਿਧਾਨ ਸਭਾ ਦੇ ਵਿੱਚ ਜਿਹੜਾ ਉਹਨਾਂ ਨੇ 4 ਦਿਨਾਂ ਬਾਅਦ ਹੀ ਦਾਅਵਾ ਠੋਕਤਾ, ਨਾਲ 400 ਪਿੰਡਾਂ ਦਾ ਵੀ ਦਾਅਵਾ ਠੋਕਤਾ। ਦਾਨੇਲੀਆ ਸਾਹਿਬ, ਦਾਅਵੇ ਠੋਕਣ ਨੂੰ ਜੋ ਮਰਜ਼ੀ ਠੋਕੀ ਜਾਵੇ, ਲੇਕਿਨ ਅਸਲੀਅਤ ਬਿਲਕੁਲ ਉਹ ਤਾਂ ਹੈਗੀ ਉਹ ਤਾਂ ਭੁੱਲੀ ਨਹੀਂ ਕਿਸੇ। ਬਿਲਕੁਲ ਅਸਲ ਦੇ ਵਿੱਚ ਕਹਾਣੀ ਇਹ ਹੈ ਕਿ ਸਾਡੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਜੀ, ਰਾਜਨੀਤਿਕ ਪਾਰਟੀਆਂ ਨੇ ਜਦੋਂ ਲੈਣੀਆਂ ਹੁੰਦੀਆਂ ਵੋਟਾਂ, ਉਦੋਂ ਤੁਹਾਡੇ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਦੀਆਂ, ਤਾਰੇ ਤੋੜ ਕੇ ਲਿਆ ਕੇ ਤੁਹਾਨੂੰ ਇਹ ਦੇਣ ਦੇ ਦਾਅਵੇ ਕਰਦੀਆਂ ਕਿ ਅਸੀਂ ਜੀ ਲੈ ਕੇ ਤੁਹਾਡੇ ਨਾਲ ਇਹ ਕਰ ਲਾਂਗੇ। ਲੇਕਿਨ ਜਦੋਂ ਸੱਤਾ ਮਿਲ ਜਾਂਦੀ ਹੈ ਜੀ, ਸੱਤਾ ਮਿਲਣ ਤੋਂ ਬਾਅਦ ਫਿਰ ਲੋਕਾਂ ਦਾ ਧਿਆਨ ਲਾਂਭੇ ਕਰਨ ਵਾਸਤੇ ਕਿਸੇ ਹੋਰ ਹੀ ਪਾਸੇ ਨੂੰ ਚਲਾ ਜਾਂਦਾ ਹੈ ਜੀ। ਇਸ ਮਾਮਲੇ ਦੇ ਵਿੱਚ ਮੈਂ ਕਹੂੰਗਾ ਕਿ ਜਿਹੜਾ ਸਭ ਤੋਂ ਵੱਡਾ ਗੁਨਾਹਗਾਰ ਹੈ ਉਹ ਕੇਂਦਰ ਹੈ ਜੀ। ਕੇਂਦਰ ਦੇ ਗ੍ਰਹਿ ਮੰਤਰੀ ਸਾਹਿਬ ਪੰਜਾਬ ਆਉਂਦੇ ਹੈ। ਪੰਜਾਬ ਆ ਕੇ ਕੇਂਦਰ ਦੇ ਗ੍ਰਹਿ ਮੰਤਰੀ ਨੇ ਇੱਕ ਬਿਆਨ ਦਿੱਤਾ ਹੈ ਪੰਜਾਬ ਆਉਣ ਦਾ। ਮੈਂ ਤਾਂ ਕਹਿੰਦਾ ਵੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ, ਪੰਜਾਬ ਆਉਣ ਵਾਲੀ ਗੱਲ ਹੀ ਹੈ, ਜਿੱਥੇ ਪੰਜਾਬ ਦਾ ਸਾਰਾ ਹੈਡਕੁਆਟਰ ਹੈ। ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਅਸੀਂ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਜਿਹੜਾ ਕੇਂਦਰੀ ਪੈਟਰਨ ਦੇ ਉੱਤੇ ਜਿਹੜਾ ਉਹ ਦੇਵਾਂਗੇ, ਤਨਖਾਹਾਂ ਤੇ ਜੋ ਵੀ ਬਣੇ ਭੱਤੇ ਵਗੈਰਾ ਦੇਣੇ ਸਾਰੇ ਉਹ ਦੇਵਾਂਗੇ। ਇਹਦੇ ਦੇ ਨਾਲ ਦੀ ਨਾਲ ਪ੍ਰਤੀਕਰਮ ਪ੍ਰਗਟ ਕੀਤਾ ਕਾਂਗਰਸ ਪਾਰਟੀ ਨੇ ਕਿ ਚੰਡੀਗੜ੍ਹ ਪੰਜਾਬ ਦਾ ਹੈ। ਜਦੋਂ ਰੀਆਰਗਨਾਈਜੇਸ਼ਨ ਐਕਟ ਬਣਿਆ ਉਸ ਵੇਲੇ ਇਹ ਸਹਿਮਤੀ ਬਣ ਗਈ ਸੀ ਕਿ ਇਹਦਾ 60% ਹਿੱਸਾ ਪੰਜਾਬ ਕੋਲੇ ਰਹੂਗਾ ਅਤੇ 40% ਜਾਊਗਾ ਹਰਿਆਣੇ ਕੋਲੇ, ਜਦੋਂ ਪੰਜਾਬ ਨੂੰ ਵੰਡਿਆ ਗਿਆ। ਚੰਡੀਗੜ੍ਹ ਨੂੰ ਭਾਵੇਂ ਸ਼ੁਰੂ ਦੇ ਵਿੱਚ ਇਹ ਸੀ ਕਿ ਪੰਜਾਬ ਦੀ ਰਾਜਧਾਨੀ ਹੋ, ਲੇਕਿਨ ਫਿਰ ਬਾਅਦ ਦੇ ਵਿੱਚ ਕੁਛ ਇੱਕ ਮਾਮਲਿਆਂ ਦੇ ਉੱਤੇ ਕਲੇਸ਼ ਪੈ ਗਿਆ ਅਤੇ ਇਹਨੂੰ ਯੂਨੀਅਨ ਟੈਰੀਟਰੀ ਰੱਖ ਦਿੱਤਾ ਸੀ। ਯੂਨੀਅਨ ਟੈਰੀਟਰੀ ਰੱਖਣ ਵੇਲੇ ਵੀ ਇਹ ਪ੍ਰਬੰਧ ਕਰ ਦਿੱਤਾ ਸੀ ਕਿ 60% ਮੁਲਾਜ਼ਮ ਪੰਜਾਬ ਦੇ ਹੋਣਗੇ ਔਰ 40% ਹੋਣਗੇ ਹਰਿਆਣੇ ਦੇ। ਜਦੋਂ 60% ਮੁਲਾਜ਼ਮ ਪੰਜਾਬ ਦੇ ਹੈ, ਉਦੋਂ ਕੇਂਦਰ ਨੂੰ ਆ ਕੇ ਇਹ ਕਹਿਣ ਦੀ ਕੀ ਲੋੜ ਸੀ ਕਿ ਅਸੀਂ ਇੱਥੇ ਜਿਹੜੇ ਹੈਗੇ ਹੈ ਇਹਨਾਂ ਨੂੰ ਕੇਂਦਰੀ ਪੈਟਰਨ ਦੇ ਉੱਤੇ ਜਿਹੜਾ ਸਕੇਲ ਦੇਵਾਂਗੇ। ਇਹਦਾ ਮਤਲਬ ਇਹ ਇੱਕ ਸ਼ਰਾਰਤ ਸੀ ਜੀ। ਤੇ ਜਿਹੜੀ ਸਭ ਤੋਂ ਵੱਡੀ ਸ਼ਰਾਰਤ ਆ ਉਹ ਵੋਟਾਂ ਵਾਲੀ ਸ਼ਰਾਰਤ। ਬਿਲਕੁਲ, ਕਿਉਂਕਿ 2024 ਦੇ ਵਿੱਚ ਆ ਰਹੀਆਂ ਚੋਣਾਂ। ਇਸ ਵੇਲੇ ਅਨੂਪਮ ਖੇਰ ਦੀ ਵਾਈਫ ਕਿਰਨ ਖੇਰ ਜਿਹੜੀ ਹੈ ਉਹ ਚੰਡੀਗੜ੍ਹ ਤੋਂ ਪਾਰਲੀਮੈਂਟ ਦੀ ਮੈਂਬਰ ਹੈ। ਉਹ ਬਿਮਾਰ ਰਹਿੰਦੀ ਹੈ। ਕਾਂਗਰਸ ਪਾਰਟੀ ਭਾਵੇਂ ਕਮਜ਼ੋਰ ਹੋ ਰਹੀ ਹੈ, ਲੇਕਿਨ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਉੱਥੇ ਚੰਗੀ ਸੀ ਤੇ ਨਾਲ ਹੀ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ 92 ਸੀਟਾਂ ਲੈ ਕੇ ਉਹਨਾਂ ਨੇ ਆਪਣੀ ਸਰਕਾਰ ਬਣਾ ਲਈ। ਯਾਦ ਕਰੋ ਜਦੋਂ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਉੱਥੇ ਚੰਗੀ ਪੋਜੀਸ਼ਨ ਹਾਸਲ ਕੀਤੀ ਹੈ, ਲਗਭਗ ਵੱਡੀ ਪਾਰਟੀ ਦੇ ਰੂਪ ਵਿੱਚ ਉੱਭਰੀ ਸੀ। ਉਸ ਵੇਲੇ ਆਮ ਆਦਮੀ ਪਾਰਟੀ ਨੇ ਦਾਅਵਾ ਕਰ ਦਿੱਤਾ ਸੀ ਕਿ ਚੰਡੀਗੜ੍ਹ ਤੋਂ ਪਤਾ ਲੱਗਦਾ ਪੰਜਾਬ ਦੇ ਵਿੱਚ ਵੀ ਅਸੀਂ ਆਪਣੀ ਸਰਕਾਰ ਬਣਾਵਾਂਗੇ। ਅਸੀਂ ਭਾਵੇਂ ਉਦੋਂ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਹਨਾਂ ਦੀ ਸਰਕਾਰ ਬਣ ਜੂਗੀ, ਆਪਾਂ ਇਹ ਮੰਨਣ ਨੂੰ ਤਿਆਰ ਸੀ ਕਿ ਵੱਡੀ ਪਾਰਟੀ ਬਣੂਗੀ, ਲੇਕਿਨ ਉਹਦਾ ਅਸਰ ਪਿਆ ਔਰ ਉਹਨਾਂ ਨੇ ਬਣਾਇਆ, ਉਹਨਾਂ ਨੇ ਆਪਣੀ ਸਰਕਾਰ ਬਣਾਈ ਹੈ, ਠੋਕਵੀਂ ਬਣਾਈ ਹੈ। 92 ਸੀਟਾਂ ਅਜੇ ਤੱਕ ਕਿਸੇ ਨੂੰ ਨਹੀਂ ਸੀ ਆਈਆਂ। ਹੁਣ ਕੇਂਦਰ ਨੂੰ ਇਹ ਗੱਲ ਦਿਖੀ ਜਾਂਦੀ ਹੈ ਕਿ 2024 ਦੀਆਂ ਪਾਰਲੀਮੈਂਟ ਦੀਆਂ ਜਿਹੜੀਆਂ ਚੋਣਾਂ ਆਉਣੀਆਂ ਤੇ ਉਹਨਾਂ ਚੋਣਾਂ ਦੇ ਵਿੱਚ ਹੋ ਸਕਦਾ ਆਮ ਆਦਮੀ ਪਾਰਟੀ ਇੱਥੋਂ ਸੀਟ ਕੱਢ ਲਵੇ, ਚੰਡੀਗੜ੍ਹ ਸੀਟ ਜਿੱਤ ਸਕਦੀ ਹੈ। ਇਸ ਲਈ ਚੰਡੀਗੜ੍ਹ ਦੇ ਵਿੱਚ ਮੁਲਾਜ਼ਮ ਤਬਕਾ ਬਹੁਤ ਵੱਡਾ ਹੈ। ਮੁਲਾਜ਼ਮ ਤਬਕੇ ਨੂੰ ਨਾਲ ਲਾਉਣ ਵਾਸਤੇ ਉਹਨਾਂ ਨੇ ਆ ਕੇ ਸ਼ੋਸ਼ਾ ਛੱਡ ਦਿੱਤਾ। ਚਲੋ ਦੇ ਵੀ ਦੇਣਗੇ, ਸਕੇਲ ਮਿਲ ਵੀ ਜਾਣਗੇ, ਲਾਗੂ ਕਰ ਦਿੱਤੇ ਆ। ਹੁਣ ਉਹਨਾਂ ਨੇ ਕਹਿ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਲਾਗੂ ਕਰ ਦੇਣਗੇ। ਤੇ ਉਹਦੇ ਨਾਲ ਉਹ ਇੱਕ ਸੀਟ ਜਿਹੜੀ ਹੈ ਆਪਦੀ ਸੁਰੱਖਿਅਤ ਬਣਾ ਰਹੇ ਹੈ ਕਿ ਸਾਡੇ ਕੋਲ ਸੀਟ ਪਹਿਲਾਂ ਵੀ ਸੀ ਤੇ ਹੁਣ ਵੀ ਸਾਡੇ ਕੋਲ ਰਹਿ ਜੇ। ਉਹਨਾਂ ਦੀ ਸ਼ਰਾਰਤ ਇਹ ਸੀ। ਹੁਣ ਇਹਦੇ ਤੇ ਤੁਸੀਂ ਦੇਖੋ ਕਿ ਸਭ ਤੋਂ ਪਹਿਲਾਂ ਪ੍ਰਤੀਕਰਮ ਪ੍ਰਗਟ ਕੀਤਾ ਕਾਂਗਰਸ ਪਾਰਟੀ ਨੇ ਤੇ ਅਕਾਲੀ ਦਲ ਵਾਲਿਆਂ ਕਿ ਜੀ ਇਹ ਤਾਂ ਪੰਜਾਬ ਦਾ ਮੁੱਦਾ ਹੈ। ਤੁਸੀਂ ਯਾਦ ਕਰੋ, ਮੈਂ ਹੁਣ ਯਾਦ ਕਰਾਉਣਾ ਤੁਹਾਨੂੰ ਕਿ ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਦੋਂ ਆਪਾਂ ਇਹ ਗੱਲ ਕਹਿੰਦੇ ਆ ਨਾ ਕਿ ਕੇਂਦਰੀ ਪਾਰਟੀਆਂ ਦੇ ਫੈਸਲੇ ਦਿੱਲੀੋਂ ਹੁੰਦੇ ਆ। ਸਾਡੇ ਇੱਕ ਲਿਸਨਰ ਨੇ ਇੱਕ ਦਿਨ ਇੱਕ ਫੋਨ ਕਰਕੇ ਕਿਹਾ ਸੀ, ਕਹਿੰਦਾ ਦਿੱਲੀ ਇੱਕ ਨਹੀਂ, ਦਿੱਲੀਆਂ ਦੋ ਹੈ। ਇੱਕ ਵੱਡੀ ਦਿੱਲੀ ਹੈ ਤੇ ਇੱਕ ਛੋਟੀ ਦਿੱਲੀ ਹੈ। ਵੱਡੀ ਦਿੱਲੀ ਹੈ ਉਹ ਜਿਹਦੇ ਕੋਲ ਪਾਰਲੀਮੈਂਟ, ਛੋਟੀ ਦਿੱਲੀ ਉਹ ਹੈ ਜਿੱਥੇ ਕੇਜਰੀਵਾਲ। ਲੇਕਿਨ ਆਮ ਆਦਮੀ ਪਾਰਟੀ ਦਾ ਜਿੱਦਣ ਅਮਿਤ ਸ਼ਾਹ ਨੇ ਆ ਕੇ ਇਹ ਬਿਆਨ ਦਿੱਤਾ ਉਹਦੇ ਤੇ ਕੋਈ ਪ੍ਰਤੀਕਰਮ ਨਹੀਂ ਆਇਆ ਸੀ। ਆਪਾਂ ਯਾਦ ਵੀ ਤੁਹਾਡੀ ਯਾਦ ਨਾਲ ਆਪਾਂ ਗੱਲ ਕੀਤੀ, ਕਿਉਂ ਨਹੀਂ ਆਇਆ? ਮੈਨੂੰ ਹੁਣ ਅੰਦਰਲੀ ਗੱਲ ਦਾ ਪਤਾ ਲੱਗਿਆ ਕਿ ਅਸਲ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਦੇ ਕੋਲੇ ਇਹ ਅਖਤਿਆਰ ਹੀ ਹੈ ਨਹੀਂ ਵੀ ਉਹ ਕੁਝ ਬੋਲ ਸਕਣ, ਇਹ ਕੁਝ ਬੋਲਣ। ਕਹਿੰਦੇ ਵੀ ਪਹਿਲਾਂ ਇੱਥੇ ਇੱਕ ਬਿਆਨ ਤਿਆਰ ਹੁੰਦਾ ਹੈ
ਫਿਰ ਉਹ ਦਿੱਲੀ ਜਾਂਦਾ ਤਿਆਰ ਜਿਹੜਾ ਦਿੱਲੀ ਜਾਂਦਾ, ਫਿਰ ਉਹਦੇ 'ਚ ਕੱਟ-ਵੱਢ ਹੁੰਦੀ ਹੈ। ਕੱਟ-ਵੱਢ ਹੋਣ ਤੋਂ ਬਾਅਦ ਫਿਰ ਉਹ ਕਹਿੰਦੇ ਲਓ ਜੀ ਹੁਣ ਤੁਸੀਂ ਇਹਨੂੰ ਜਿਹੜਾ ਹੈਗਾ ਟੈਲੀਕਾਸਟ ਕਰੋ ਆਪਦੇ ਸਟੂਡੀਓ 'ਚ। ਤੁਸੀਂ ਮਤਲਬ ਇੱਕ ਵੀਡੀਓ ਬਣਾਈ ਜਾਂਦੀ ਹੈ ਤੇ ਫਿਰ ਉਹ ਟੈਲੀਕਾਸਟ ਕੀਤੀ ਜਾਂਦੀ ਹੈ। ਦੂਜੇ ਦਿਨ ਫਿਰ ਉਹ ਜਿਹੜਾ ਹੈਗਾ ਆਉਂਦੀ ਹੈ ਅਗਲੇ ਦਿਨ। ਲਓ ਉਹਦੇ 'ਤੇ ਉਹਨਾਂ ਨੇ ਵੀ ਕਰਤਾ ਤੇ ਉਹਨਾਂ ਨੇ ਵੀ ਕਰਤਾ। ਫਿਰ ਆਮ ਆਦਮੀ ਪਾਰਟੀ ਨੂੰ ਹੋ ਗਿਆ ਕਿ ਅਸੀਂ ਪਿਛਾਂਹ ਕਰੇਗੀ। ਉਹਨਾਂ ਨੇ ਕਿਹਾ ਉਹ ਫਿਰ ਪੁਰਾਣੀਆਂ ਗੱਲਾਂ ਯਾਦ ਕਰੋ ਤੁਸੀਂ। ਅੱਜ ਕੱਲ੍ਹ ਜਦੋਂ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਹਾਂ ਜੀ, ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜਿੱਥੇ ਜਿਹੜੀਆਂ ਕਿਸੇ ਪੋਲੀਟੀਕਲ ਬੰਦੇ ਨੂੰ ਉਹਦਾ ਫਾਇਦਾ ਹੁੰਦਾ ਹੈ। ਜੇ ਪੋਲੀਟੀਕਲ ਫਾਇਦੇ ਦੀ ਗੱਲ ਕਰੀਏ ਆਪਾਂ, ਅਮਰਿੰਦਰ ਸਿੰਘ ਜਿਹੜਾ ਹੈਗਾ ਕੋਈ ਪੁੱਛਦਾ ਨਹੀਂ ਸੀ। 1980 ਤੋਂ ਪਹਿਲਾਂ ਇਹਦੀ ਕੋਈ ਬਹੁਤੀ ਬੁੱਕਤ ਨਹੀਂ ਸੀ ਜੀ। 1980 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਾਰਲੀਮੈਂਟ ਦਾ ਮੈਂਬਰ ਬਣ ਗਏ ਜੀ। 1985 ਦੇ ਵਿੱਚ ਉਹ ਪੰਜਾਬ ਦਾ ਖੇਤੀਬਾੜੀ ਮੰਤਰੀ ਬਣਦਾ ਹੈ। 2002 ਦੇ ਵਿੱਚ ਉਹ ਮੁੱਖ ਮੰਤਰੀ ਕਿਵੇਂ ਬਣ ਗਿਆ? ਖਾਸ ਕਰਕੇ ਮੈਂ ਯਾਦ ਕਰਾਉਣਾ ਚਾਹੁੰਦਾ, ਜਦੋਂ 1984 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ ਕੀਤਾ ਹੋਵੇ, ਹਰਮੰਦਰ ਸਾਹਿਬ ਦੇ ਉੱਤੇ ਫੌਜੀ ਹਮਲਾ ਕੀਤਾ ਹੋਵੇ, ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਸਿੱਖ ਕਤਲੇਆਮ ਕੀਤਾ ਹੋਵੇ, ਉਸ ਪਾਰਟੀ ਨੂੰ ਪੰਜਾਬ ਦੇ ਵਿੱਚ ਰਾਜ ਭਾਗ ਕਿਵੇਂ ਮਿਲਿਆ? 2002 ਦੇ ਵਿੱਚ ਉਹਦਾ ਵੱਡਾ ਕਾਰਨ ਇਹ ਸੀ ਕਿ ਜਦੋਂ 84 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਕੀਤਾ, ਅਮਰਿੰਦਰ ਸਿੰਘ ਨੇ ਲੋਕ ਸਭਾ ਤੋਂ ਅਸਤੀਫਾ ਦਿੱਤਾ, ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ, ਲੋਕਾਂ 'ਚ ਭੱਲ ਬਣ ਗਈ। 85 ਦੇ ਵਿੱਚ ਆ ਕੇ ਉਹ ਤਲਵੰਡੀ ਸਾਬੋ ਤੋਂ MLA ਬਣ ਗਏ ਜੀ ਔਰ ਉਹ ਮੰਤਰੀ ਬਣ ਗਏ। ਫਿਰ ਹੁੰਦਾ ਹੈ ਆਪਰੇਸ਼ਨ ਬਲੈਕ ਥੰਡਰ, ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ 'ਚ, ਉਹਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ। ਉਹਦੇ ਨਾਲ ਉਹਦੀ ਭੱਲ ਹੋਰ ਬਣ ਗਈ। ਫਿਰ ਬਾਅਦ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ 1985, ਉਹ ਤੋਂ ਪਹਿਲਾਂ 1986 ਦੇ ਵਿੱਚ ਮੈਥਿਊ ਕਮਿਸ਼ਨ ਨੇ ਕਹਿ ਦਿੱਤਾ ਕਿ ਜੀ ਇਹਦੀ ਉਹ ਕਰੋ ਤੁਸੀਂ ਜਿਹੜੀ ਆਪਾਂ ਬੋਲੀ ਦੇ ਆਧਾਰ ਤੇ ਸਰਵੇ ਕਰੋ। ਜਿਹੜੀ ਇਹ ਸੀਗਾ ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ, ਉਸ ਸਮਝੌਤੇ ਦੇ ਵਿੱਚ ਇਹ ਸੀ ਕਿ ਹਿੰਦੀ ਬੋਲਦੇ ਇਲਾਕੇ ਜਿਹੜੇ ਆ ਉਹ ਹਰਿਆਣੇ ਹੁੰਦੇ ਨੇ ਜੀ ਜੀ, ਤੇ ਹਿੰਦੀ ਬੋਲਦੇ ਇਲਾਕਿਆਂ ਦੀ ਸ਼ਨਾਖਤ ਕਿਵੇਂ ਹੋਵੇ? ਇੱਕ ਵਿਚਾਲੇ ਪਿੰਡ ਆ ਗਿਆ ਕੰਦੂ ਖੇੜਾ ਜੀ। ਉਹ ਕਹਿੰਦੇ ਵੀ ਕੰਦੂ ਖੇੜੇ ਦੀ ਦੇਖੋ ਵੀ ਕੰਦੂ ਖੇੜਾ ਉਹ ਵਿਚਕਾਰ ਆ ਗਿਆ, ਉਧਰ ਵੀ ਇਲਾਕੇ ਉਹਨੂੰ ਵੇਖੋ ਵੀ ਉੱਥੇ ਲੋਕ ਕੀ ਬੋਲਦੇ ਆ। ਉਸ ਵੇਲੇ ਜਿਹੜੇ ਹੈਗੇ ਕੰਦੂ ਖੇੜੇ ਦੇ ਵਿੱਚ ਲੋਕਾਂ ਦੀ ਰਾਏ ਜਾਣਨ ਵਾਸਤੇ ਕਿ ਉੱਥੇ ਹਨੂਮਾਨ ਹੁੰਦਾ ਸੀ ਸਰਪੰਚ ਜੀ ਜੀ। ਹਨੂਮਾਨ ਬਿਸ਼ਨੋਈ ਸੀ ਆਪਣਾ ਭਜਨ ਲਾਲ ਜਿਹੜਾ ਹਰਿਆਣੇ ਦਾ ਮੁੱਖ ਮੰਤਰੀ ਹੁੰਦਾ ਸੀ। ਰਿਸ਼ਤੇਦਾਰੀਆਂ ਦਾ ਉਹਨਾਂ ਨੇ ਵਿੱਚ ਦੀ ਵਾਸਤਾ ਪਾ ਕੇ ਉਹਦੇ ਤੇ ਹਨੂਮਾਨ ਤੇ ਪ੍ਰੈਸ਼ਰ ਪਾਇਆ ਕਿ ਤੂੰ ਕੰਦੂ ਖੇੜੇ ਦੇ ਲੋਕਾਂ ਤੋਂ ਇਹ ਲਿਖਵਾ ਕਿ ਸਾਡੀ ਜਿਹੜੀ ਹੈਗੀ ਹੈ ਬੋਲੀ ਉਹ ਹਿੰਦੀ ਹੈ। ਲੇਕਿਨ ਪੰਜਾਬ 'ਚ ਹਕੂਮਤ ਕਾਂਗਰਸ ਦੀ ਸੀ ਜੀ। ਕੰਦੂ ਖੇੜਾ ਅਬੋਹਰ ਦੇ ਵਿੱਚ ਪੈਂਦਾ ਸੀ। ਅਮਰਿੰਦਰ ਸਿੰਘ ਦੀ ਲਾਤੀ ਸੁਰਜੀਤ ਸਿੰਘ ਬਰਨਾਲਾ ਨੇ ਡਿਊਟੀ ਕਿ ਤੇਰੇ ਕੋਲ ਡਿਊਟੀ ਹੈ, ਤੂੰ ਸੰਭਾਲ ਜਾ ਕੇ। ਮੁਕਤਸਰ 'ਚ ਆ ਗਿਆ ਸੀ। ਮੁਕਤਸਰ 'ਚ ਹਾਂ, ਨੇੜੇ ਨਹੀਂ ਅਬੋਹਰ ਦੇ ਨੇੜੇ ਪੈਂਦਾ। ਢਿੱਲੋਂ ਸਾਹਿਬ ਵੀ ਤੁਹਾਨੂੰ ਬੜੀ ਵਧੀਆ, ਥੋੜਾ ਮੈਂ ਵਿੱਚੋਂ ਟੋਕ ਕੇ ਗੱਲ ਕਰਦਾ। ਦੂਰ ਅੰਦੇਸ਼ੀ ਭਾਈ ਸਾਹਿਬ ਜਦੋਂ ਮੰਤਰੀ ਬਣੇ ਨੇ, ਮਾਲ ਮੰਤਰੀ, ਤੁਹਾਨੂੰ ਯਾਦ ਹੋਊਗਾ ਮੁਕਤਸਰ ਵਾਲੇ ਕੀ ਨਾਂ ਸੀ ਉਹਨਾਂ ਦਾ, ਕਿ ਕੌਣ ਸੀਗੇ ਮੈਨੂੰ ਨਹੀਂ, ਭਾਈ ਸ਼ਮਿੰਦਰ ਸਿੰਘ MP ਬਣੇ, ਇਹਨਾਂ 'ਚ ਸੀਗਾ ਮਾਲ ਮੰਤਰੀ ਸੀ ਇੱਕ। ਉਹਨਾਂ ਨੇ ਕੰਦੂ ਖੇੜਾ ਫਾਜ਼ਿਲਕਾ ਤਹਿਸੀਲ 'ਚ ਸੀ, ਉਹਨਾਂ ਨੇ ਕੱਲਾ ਕੰਦੂ ਖੇੜਾ ਤੋੜ ਕੇ ਲੌਂਗ ਟਾਈਮ 55 ਉਹ ਨਹੀਂ ਉਹ ਜਿਹੜੇ ਮਾਲ ਮੰਤਰੀ ਦੀ ਗੱਲ ਕਰਦੇ ਬਹੁਤ ਪਹਿਲਾਂ ਦੀ ਉਹ ਗਿਆਨੀ ਕਰਤਾਰ ਸਿੰਘ ਸੀ। ਹਾਂ, ਉਹਨਾਂ ਨੇ ਤੋੜ ਕੇ ਗਿਆਨੀ ਕਰਤਾਰ ਸਿੰਘ ਇੱਧਰ ਲਾਤਾ ਸੀ। ਉਹ ਗਿਆਨੀ ਕਰਤਾਰ ਸਿੰਘ ਨੇ ਜਦੋਂ ਪੰਜਾਬੀ ਸੂਬਾ ਬਣਦਾ ਸੀ, ਪੰਜਾਬੀ ਸੂਬਾ ਬਣਨ ਤੋਂ ਬਾਅਦ ਜਦੋਂ ਰੌਲਾ ਪੈਂਦਾ ਹੁੰਦਾ ਸੀ ਪੰਜਾਬੀ ਬੋਲਦੇ ਇਲਾਕੇ ਤੁਸੀਂ ਉਹਦਾ ਕੰਦੂ ਖੇੜਾ ਉੱਥੇ ਉਧਰੋਂ ਕੱਢ ਕੇ ਇੱਧਰ ਪਾਤਾ ਸੀ। ਉਹ ਗਿਆਨੀ ਕਰਤਾਰ ਸਿੰਘ ਹੋਰਾਂ ਦੇ ਦਾ ਜ਼ਮਾਨਾ ਸੀ ਉਹ ਸੀ। ਹਾਂ, ਤਾਂ ਜਿਹੜੀ ਮੈਂ ਗੱਲ ਕਰਦਾ ਸੀ ਉਹ ਗੱਲ ਮੈਂ ਇਹ ਕਰਦਾ ਸੀ ਕਿ ਫਿਰ ਅਮਰਿੰਦਰ ਸਿੰਘ ਨੇ ਉੱਥੇ ਜਾ ਕੇ ਪੂਰੀ ਫੋਰਸ ਦੇ ਨਾਲ ਪੱਤਰਕਾਰਾਂ ਨੂੰ ਤਾਂ ਦਾਖਲ ਨਹੀਂ ਹੋਣ ਦਿੰਦੇ ਸੀ ਉਸ ਪਿੰਡ ਦੇ ਵਿੱਚ। BBC ਦੀ ਇੱਕ ਪੱਤਰਕਾਰ ਆਈ ਸੀ, ਉਹਨੂੰ ਚੱਕ ਕੇ ਗੱਡੀ ਦੇ ਉੱਤੇ ਲਿਜਾ ਕੇ ਤੇ ਦਿੱਲੀ ਭਿਜਵਾ ਦਿੱਤਾ ਸੀ। ਉਹਦਾ ਨਤੀਜਾ ਇਹ ਹੋਇਆ ਸੀ ਕਿ 92% ਲੋਕਾਂ ਨੇ ਲਿਖਾਤਾ ਸਾਡੀ ਬੋਲੀ ਪੰਜਾਬੀ ਹੈ। 8% ਦੂਜੇ ਪਾਸੇ ਰਹਿ ਗਏ, 92% ਨੇ ਲਿਖਾਤਾ ਤੇ ਉਹ ਇੱਧਰ ਆ ਗਿਆ। ਔਰ ਉਹਦਾ ਸਿਲਾ ਕੀ ਹੋਇਆ ਕਿ ਜਦੋਂ 2002 ਦੇ ਵਿੱਚ ਚੋਣਾਂ ਹੁੰਦੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਜੀ ਇਹ ਤਾਂ ਕੁਛ ਕਰੂਗਾ, ਲੋਕਾਂ ਨੇ ਭੁੱਲ ਗਏ ਇਸ ਗੱਲ ਨੂੰ ਕਿ ਆਪਰੇਸ਼ਨ ਬਲੂ ਸਟਾਰ ਕਾਂਗਰਸ ਪਾਰਟੀ ਨੇ ਕੀਤਾ ਸੀ, ਕਾਂਗਰਸ ਪਾਰਟੀ ਦੀ ਸਰਕਾਰ ਬਣਾਤੀ। ਫਿਰ ਅੱਗੇ ਤੁਸੀਂ ਦੇਖੋ, ਅੱਗੇ ਜਦੋਂ SYL ਦਾ ਫੈਸਲਾ ਪੰਜਾਬ ਦੇ ਖਿਲਾਫ ਹੋ ਗਿਆ, ਉਸ ਵੇਲੇ ਅੰਤਰਰਾਜੀ ਸਮਝੌਤੇ ਵਿਧਾਨ ਸਭਾ ਵੀ ਦੀ ਰੱਦ ਕਰਵਾਤੇ, ਉਹਦਾ ਵੀ ਲਾਹਾ ਹੋਇਆ ਤੇ ਉਹਦਾ ਨਤੀਜਾ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਫਿਰ 2017 ਚ ਵੀ ਮੁੱਖ ਮੰਤਰੀ ਬਣ ਗਏ। ਇਹ ਚੀਜ਼ਾਂ ਜਿਹੜੀਆਂ ਦੇਖਦੇ ਕਿ ਮਤਾ ਪਾ ਦਿਓ ਜੀ ਵਿਧਾਨ ਸਭਾ ਦੇ ਵਿੱਚ ਦੀ ਤੇ ਆਪਾਂ ਇਹਦਾ ਕੁਛ ਨਾ ਕੁਛ ਹਾਸਲ ਕਰ ਲਾਂਗੇ। ਜਿਹੜੀ ਆਮ ਆਦਮੀ ਪਾਰਟੀ ਰਿਐਕਟ ਕਰਨ ਦੀ ਸਰਕਾਰ ਰਿਐਕਟ ਨਹੀਂ ਕਰ ਸਕੀ ਸੀ, ਫਿਰ ਉਹਨਾਂ ਨੇ ਕਿਹਾ ਜੀ ਆਪਾਂ ਵੀ ਮਤਾ ਪਾ ਦਈਏ। ਦਾਨੇਲੀਆ ਸਾਹਿਬ ਮੈਂ ਕੱਲ ਵੀ ਗੱਲ ਕੀਤੀ ਸੀ ਸ਼ਾਇਦ ਵੀ ਇਹ ਮਤਾ ਇੱਕ ਵਾਰੀ ਨਹੀਂ ਪਿਆ ਤਾਂ 7ਵੀਂ 8ਵੀਂ ਵਾਰੀ ਹੋ ਗਿਆ, 6ਵੀਂ ਵਾਰੀ ਹੁਣ ਇਹਨਾਂ ਨੇ ਹਰਿਆਣੇ ਵਾਲਿਆਂ ਨੇ ਪਾਤਾ, ਇਹਨਾਂ ਨੇ ਮਤਾ ਪਾਤਾ ਲਓ ਜੀ ਤਾਂ ਪੰਜਾਬੀ ਸੂਬਾ ਜਿਹੜਾ ਚੰਡੀਗੜ੍ਹ ਸਾਡਾ ਤੇ ਸਾਡੇ ਹਵਾਲੇ ਕਰੋ। ਇਹਨਾਂ ਨੇ ਤਾਂ ਮੰਗਣਾ ਸਾਡੇ ਹਵਾਲੇ ਕਰੋ, ਤੁਸੀਂ ਤਾਂ ਗੱਲ ਕਰਦੇ ਹੋ ਨਾ ਵੀ ਅਸੀਂ ਸਕੇਲ ਦੇਵਾਂਗੇ, ਸਕੇਲ ਦੇ ਦੋਗੇ ਸਾਡੇ ਹਵਾਲੇ ਕਰ ਦਿਓ। ਤੇ ਨਾਲ ਤਾਂ ਇਹਦੀ ਤੀ ਚੱਲੀ, ਮੈਂ ਕਹਿ ਤੋ ਰਮਾ ਕੱਲੀ ਬਿਲਕੁਲ। ਉਹਨਾਂ ਨੇ 1 ਤਰੀਕ ਨੂੰ ਪਾਇਆ ਸੀ ਤੇ ਕੱਲ ਇਹਨਾਂ ਨੇ 5 ਨੂੰ ਪਾਤਾ, 4 ਦਿਨਾਂ ਬਾਅਦ ਹੀ। 4 ਦਿਨਾਂ ਬਾਅਦ ਇਹ ਕਹਿੰਦੇ ਜੀ ਚੰਡੀਗੜ੍ਹ ਦੇ ਉੱਤੇ ਸਾਡਾ ਹੱਕ, ਹਾਈ ਕੋਰਟ ਸਾਡੀ ਅਲੱਗ ਕਰੋ
ਜਿਹੜੇ ਸਾਨੂੰ ਜਿਹੜੇ ਹੈਗੇ ਆ ਜੀ ਦਿਓ ਤੁਹਾਡੇ ਪੰਜਾਬੀ ਜਿਹੜੇ ਹਿੰਦੀ ਬੋਲਦੇ ਇਲਾਕੇ ਦਿਓ, ਹਿੰਦੀ ਬੋਲਦੇ ਇਲਾਕੇ ਉਹ ਤਾਂ ਜਿਹੜੇ ਹੈਗੇ ਤੁਹਾਡੇ ਖਰੜ ਵਗੈਰਾ ਨੂੰ ਵੀ ਕਹੀ ਜਾਂਦੇ ਆ। ਹਾਂ, ਉਹ ਤਾਂ ਉਹਨਾਂ ਤੇ ਵੀ ਦਾਵਾ ਕਰੀ ਜਾਂਦੇ, ਕਹਿੰਦੇ ਜੀ ਇਹ ਸਾਨੂੰ ਦੇ ਦਿਓ 400 ਪਿੰਡ ਸਾਨੂੰ ਦੇ ਦਿਓ। ਨਾ ਕਿਸੇ ਨੇ ਦੇਣੇ, ਨਾ ਕਿਸੇ ਨੇ ਲੈਣੇ, ਨਾ ਕਿਸੇ ਨੇ ਆਉਣੇ, ਬਸ ਗੱਲ ਨਾ ਇੱਧਰ ਕਰਨਾ ਤੇ ਨਾ ਉਧਰ ਕਰਨਾ। ਗੱਲ ਉੱਥੇ ਰਹਿਣੀ। ਇਹਦੇ ਨਾਲ ਦੋਨਾਂ ਸਟੇਟਾਂ ਦੇ ਲੋਕ ਹੈ ਜਿਹੜੇ, ਉਹਨਾਂ ਦੋਨਾਂ ਸਟੇਟਾਂ ਦੇ ਲੋਕਾਂ ਨੂੰ ਰੈਸਟਲੈਸਨੈਸ ਪੈਦਾ ਹੁੰਦੀ, ਉਹਨਾਂ ਦੇ ਚ ਰੈਸਟਲੈਸਨੈਸ ਹੈ। ਉਹਨਾਂ ਦਾ ਧਿਆਨ ਮੋੜਨਾ ਕਿ ਉਹ ਕਿਤੇ ਇਹ ਨਾ ਪੁੱਛ ਲੈਣ ਕਿ ਤੁਸੀਂ ਵਾਅਦੇ ਆ ਕੀਤੇ ਸੀ, ਤੁਸੀਂ ਸਾਡੇ ਨਾਲ ਗੱਲ ਕੀਤੀ ਸੀ, ਹੁਣ ਗੱਲ ਕਰੋ ਤੁਸੀਂ ਕਿ ਜੀ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਜਿਹੜੇ ਹੈਗੇ ਸਭ ਪਹਿਲਾਂ ਬੇਰੁਜ਼ਗਾਰੀ ਦਾ ਖਰਾ ਪੈਨ ਫੈਸਲਾ ਕਰੂਗਾ। ਕਿੱਥੇ ਆ ਉਹ? ਪਹਿਲੀ ਹੁਣ ਬਿਜਲੀ ਦੇ ਬਿੱਲ ਰੇਟ ਕਿੱਥੇ ਹੈ? ਉਹ ਤਾਂ ਪਿਛਲੀ ਸਰਕਾਰ ਨਾਲੋਂ ਵੀ ਵਧਾਤੇ 2 ਰੁਪਏ। ਇਹ ਚੀਜ਼ਾਂ ਜਿਹੜਾ ਪਿਛਲੀ ਸਰਕਾਰ ਵੇਲੇ ਰੇਤੇਬਾਜ਼ੀ ਵਾਲੀ ਗੱਲ ਹੈ ਜੀ, 3800 ਰੁਪਏ ਟਰਾਲੀ ਹੋਗੀ ਜੀ ਛੋਟੀ। ਹੁਣ ਇਹ ਚੀਜ਼ਾਂ ਨਾ ਹੁਣ ਇਧਰੋਂ ਲੋਕ ਭੁੱਲ ਗਏ ਸਾਰੇ। ਅਸੀਂ ਇਹ ਪੁੱਛਣ ਨੂੰ ਤਿਆਰ ਨਹੀਂ, ਅਸੀਂ ਹੁਣ ਇਹ ਗੱਲ ਕਰੀ ਜਾਂਦੇ ਹਾਂ। ਤੇ ਕਈ ਸਾਡੇ ਸਾਥੀ ਸੱਜਣ ਮਿੱਤਰ ਬਾਹਰ ਬੈਠੇ ਹੋਣਗੇ, ਯਾਰ ਇਹ ਸ਼ਾਇਦ ਆਮ ਆਦਮੀ ਨਹੀਂ, ਉਹ ਕਈ ਤਾਂ ਐਂ ਕਹਿ ਦਿੰਦੇ ਥੋੜਾ ਜਿਹਾ ਦੇਖ ਤਾਂ ਲਓ। ਮੈਂ ਇੱਕ ਨੂੰ ਕਿਹਾ ਭਰਾਵਾ, ਮੈਂ ਕਿਹਾ ਜਦੋਂ ਡਰਾਈਵਰ ਬਹਿ ਜਾਂਦਾ ਨਾ ਸਵਾਰੀ ਬੱਸ ਦਾ ਡਰਾਈਵਰ ਸਟੀਅਰਿੰਗ ਸੰਭਾਲ ਲੈਂਦਾ, ਉਹਨੂੰ ਇਹ ਨਹੀਂ ਕਹਿ ਸਕਦੇ ਵੀ 4-5 ਬੰਦੇ ਥੱਲੇ ਦਰੜਦੇ ਤੇ 2-4 ਵਾਰੀ ਐਕਸੀਡੈਂਟ ਕਰਦਾ ਇੰਨੇ ਟ੍ਰੇਨ ਹੋ ਜਾਏਗਾ। ਤੁਸੀਂ ਉਹਨਾਂ ਕਹਿਣ ਨਾਲੋਂ ਹੁਣ ਮੈਂ ਰੇਡੀਓ ਟੀਵੀ ਚੈਨਲਾਂ ਦੀ ਗੱਲ ਕਰਦਾ। ਬਹੁਤੇ ਜਿਹੜੇ ਹੈਗੇ ਨਾ ਧੂ ਬਣੇ ਹੋਏ ਐ, ਉਹਨਾਂ ਨੂੰ ਪਤਾ ਨਹੀਂ TRP ਦਾ ਹੁੰਦਾ, ਇਸ਼ਤਿਹਾਰਾਂ ਦਾ ਹੁੰਦਾ। ਉਹ ਕਹਿੰਦੇ ਪਿਛਲੇ ਨੇ ਕੀ ਕਰਤਾ ਸੀ, ਜੇ ਪਿਛਲੇ ਨੇ ਨਹੀਂ ਕੀਤਾ ਸੀ ਤਾਂ ਇਹਨਾਂ ਨੂੰ ਲੋਕਾਂ ਨੇ ਕਿਹਾ ਵੀ ਇਹ ਕਰਨ ਸਗੋਂ ਇਹ ਕਰਨ ਇਹ ਨਹੀਂਗਾ ਵੀ ਜੇ ਪਿਛਲੇ ਨੇ ਨਹੀਂ ਕੀਤਾ ਤੇ ਇਹਨਾਂ ਨੇ ਵੀ ਨਹੀਂ ਕਰਨਾ। ਵੀ ਸ਼੍ਰੀਮਾਨ ਜੀ ਤੁਸੀਂ ਦੱਸੋ ਫਿਰ ਤੁਸੀਂ 70 ਸਾਲਾਂ 'ਚ ਕੀ ਕਰਤਾ? ਜੇ ਉਹਨਾਂ ਨੇ ਨਹੀਂ ਕਰਤਾ, ਇਹਨਾਂ ਨੇ ਕਰਨ ਦਾ ਵਾਅਦਾ ਕੀਤਾ ਸੀ ਤਾਂ ਇਹ ਤਾਂ ਹੀ ਸੱਤਾ 'ਚ ਆਏ ਸੀ। ਇਸੇ ਕਰਕੇ ਲੋਕ ਇਹ ਗੱਲ ਕਰਦੇ ਆ, ਲੋਕ ਪੁੱਛਦੇ ਆ। ਸੋ ਉਹ ਲੋਕਾਂ ਦਾ ਧਿਆਨ ਕੇਂਦਰ ਜਿਹੜਾ ਕੇਂਦਰ ਬਿੰਦੂ ਤੋਂ ਜਿਹੜਾ ਮੇਨ ਕੇਂਦਰ ਬਿੰਦੂ ਹੈ, ਸੈਂਟਰਲ ਪੁਆਇੰਟ ਹੈ। ਸੈਂਟਰਲ ਪੁਆਇੰਟ ਹੈਗਾ ਕਿ ਪ੍ਰੋਮਿਸ, ਲੋਕਾਂ ਨੂੰ ਚੰਗੀ ਗਵਰਨੈਂਸ ਦਿਓ। ਹੁਣ ਗਵਰਨੈਂਸ ਦਾ ਕੀ ਹਾਲ ਹੈ ਤੁਸੀਂ ਇਹ ਦੇਖੋ, ਦਾਨੇ ਵਾਲੇ ਸਭ ਕੋਈ ਦਿਨ ਜਾਂਦਾ ਹੈ ਜਦੋਂ ਕਤਲ ਨਹੀਂ ਹੁੰਦੇ, ਕੋਈ ਜਾਂਦਾ ਜਦੋਂ ਟਰੱਕ ਯੂਨੀਅਨ ਤੇ ਕਬਜ਼ਾ ਨਹੀਂ ਹੁੰਦਾ। ਹੁਣ ਇਹ ਸਾਰੀਆਂ ਚੀਜ਼ਾਂ ਇਹ ਫਿਰ ਪਿਛਲੇ ਵਾਲਾ ਕੰਮ ਹੀ ਹੈ ਸਾਰਾ। ਪਿਛਲੇ ਤੇ ਅਗਲੇ ਤੇ ਪਿਛਲੇ ਦਾ ਕੋਈ ਫਰਕ ਹੀ ਨਹੀਂ। ਮੈਨੂੰ ਲੱਗਦਾ ਪਤਾ ਨਹੀਂ ਲੱਗਿਆ, ਰਿਫਾਈਨਰੀ ਤੋਂ ਨਹੀਂ ਖਬਰ ਆਈ ਹਜੇ। ਆ ਜੂਗੀ, ਹੋਰ ਆ ਜੂਗੀ 4 ਦਿਨਾਂ ਨੂੰ, ਕੋਈ ਗੱਲ ਨਹੀਂ ਅਜੇ ਹੋਰ ਆ ਜੂਗੀ। ਨਹੀਂ ਅਜੇ ਥੋੜੀ ਜਿਹੀ ਗੱਲ ਕੀਤੀ ਹੈ ਨਾ, ਪਾਵਨਾ ਸਾਰੀਆਂ ਸੈਂਟਰਲਾਈਜ਼ ਕੀਤੀਆਂ। ਅੱਛਾ, ਅੱਜ ਕਿਸੇ ਅਫਸਰ ਨਾਲ ਗੱਲ ਹੋਈ ਸੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਥੋੜੀ ਬਦਲੀ ਦਾ ਕੀ ਬਣਦਾ, ਕਿਸੇ MLA ਨਾਲ ਗੱਲ ਕਰ ਲਓ, ਕਹਿੰਦੇ ਪਾਵਰ ਹੀ ਨਹੀਂ। ਮੈਂ ਕੀ ਗੱਲ, ਕਹਿੰਦੇ MLA ਨੂੰ ਰੋਕਤਾ ਵੀ ਰਿਕਮੈਂਡ ਵੀ ਨਹੀਂ ਕਰ ਸਕਦੇ, ਕਿਸ ਦਾ ਨਾਂ ਨਹੀਂ ਰਿਕਮੈਂਡ ਕਰਨਾ ਤੁਸੀਂ, ਇਹ ਸਾਰੇ ਫੈਸਲੇ ਉੱਪਰੋਂ ਹੀ ਹੋਣਗੇ। ਉੱਪਰੋਂ ਹੁਣ ਫੈਸਲੇ ਕਿਹਨੇ ਕਰਨੇ, ਇਹਦੇ ਤੇ ਵੀ ਹੁਣ ਸਾਰਾ ਵੀ ਇੱਕੇ ਦਿਨ ਤੁਸੀਂ ਦੇਖੋ ਸਥਿਤੀ ਕੀ ਹੋ ਰਹੀ ਹੈ। ਇੱਕੇ ਦਿਨ ਤੁਸੀਂ ਸਾਰੀਆਂ ਬਦਲੀਆਂ ਕਰ ਸਕਦੇ ਹੋ। ਯਾਦ ਕਰੋ ਅਮਰਿੰਦਰ ਸਿੰਘ 2002 ਦੇ ਵਿੱਚ ਮੁੱਖ ਮੰਤਰੀ ਬਣੇ, ਕੱਲੇ ਨੇ ਸਹੁੰ ਚੁੱਕੀ ਸੀ, ਚੀਫ ਸੈਕਟਰੀ DGP ਤੇ ਸਾਰੇ DC SSP ਪਹਿਲੇ ਦਿਨ ਨਹੀਂ ਬਦਲਤੇ। ਇੱਥੇ ਦਾ ਤੱਕ ਇਹ ਨਹੀਂ ਫੈਸਲਾ ਕਰ ਸਕੇ ਵੀ ਕੌਣ ਕੀ ਹੈ, ਕਿਹਨੂੰ ਭੰਬਲ ਪੂਸੇ 'ਚ ਪਏ ਮੇਰੇ ਵਰਗੇ ਕਈਆਂ ਨੇ ਸੋਚਿਆ ਨਹੀਂ ਸੀ MLA ਬਣ ਜਾਣਗੇ, ਵਜ਼ੀਰ ਬਣ ਗਏ। ਬਸ ਠੀਕ ਹੈ, ਇਹ ਵੀ ਗੱਲ ਸਹੀ ਹੈ ਵੀ MLA ਨਹੀਂ ਬਣ ਸਕਦੇ, ਉਹ ਵਜ਼ੀਰ ਬਣ ਕੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕੀ ਕਰੀਏਗਾ। ਲਾਲ ਫੀਤਾ ਸ਼ਾਹੀ ਇਹੋ ਜਿਹੀ ਉਂਗਲਾਂ ਤੇ ਨਚਾਉਂਦੀ ਹੈ। ਤੁਸੀਂ ਜੇਲ੍ਹ ਵਾਲੇ ਮਹਿਕਮੇ ਲੈ ਲਓ, ਪਹਿਲਾਂ ਇੱਕ ਸੁਪਰੀਡੈਂਟ ਬਦਲਿਆ, ਸੁਪਰੀਡੈਂਟ ਬਦਲ ਤੇ ADGP ਔਖਾ ਹੋਇਆ, ADGP ਬਦਲਤਾ, ਕਹਿੰਦੇ ADGP ਨੇ ਸਹੀ ਫੀਡਬੈਕ ਨਹੀਂ ਦਿੱਤੀ। ਦੱਸੋ, ਨਹੀਂ ਉਹ ਤਾਂ ਔਖਾ ਸੀ, ਉਹਨੂੰ ਤਾਂ ਕੰਸਲਟ ਨਹੀਂ ਕੀਤਾ ਤੁਸੀਂ ਵੀ ਬਦਲਣਾ ਕਿ ਨਹੀਂ ਬਦਲਣਾ। ਨਹੀਂ, ਉਹਦਾ ਹੁਕਮ ਸੀ ਵੀ ਆ ਬੰਦਾ ਲਾ ਦਿਓ। ਨਹੀਂ, ਉਹਦਾ ਲਾਇਆ ਤਾਂ ਆਰਡਰ ਤਾਂ ਭਾਵੇਂ ADGP ਦੇ ਨਹੀਂ ਜੀ, ਉਹਦੇ ਹੋਏ ਨੇ ਆਪਣੇ ਗ੍ਰਹਿ ਸਕੱਤਰ ਦੇ, ਆਪਣੇ ਸਕੱਤਰ ਜੇਲ੍ਹਾਂ ਦੇ। ਅੱਛਾ, ਉਹਦੇ ਵੀ ਗਾਂ PA ਦੇ। ਅੱਛਾ, ਉਹਦਾ ਵੀ ਉੱਤੇ ਸਹੀ ਹੈ ਨਹੀਂ। ਅੱਛਾ ਜੀ, ਹੋਰ ਕਰਕੇ ਹੇਠਾਂ ਥੱਲੇ। ਜੀ ਹਾਂ, ਇਹ ਹੈ ਜੀ। ਹੁਣ ਢਿੱਲੋਂ ਸਾਹਿਬ, ਆਪਾਂ ਉਹ PTC ਵਾਲਾ ਤਾਂ ਗੱਲ ਥੋੜੇ ਜਿਹੇ ਅੱਗੇ ਜਾ ਕੇ ਛੇੜਾਂਗੇ। ਹੁਣ ਚੰਗਾ ਭਲਾ ਇੱਕ ਕੀ ਸੀ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਬਿਊਰੋ ਸੀ, ਕੀ ਸੀ ਉਹਦਾ ਨਾਂ? ਓਕੂ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ। ਹਾਂਜੀ, ਠੀਕ ਹੈ। ਹੁਣ ਉਹ ਚੰਗਾ ਹੈਗਾ, ਉਹ ਵੀ ਤਾਂ ਗੈਂਗਸਟਰਾਂ ਨੂੰ ਆਰਗੇਨਾਈਜ਼ਡ ਹੀ ਕ੍ਰਾਈਮ ਕਰਦੇ ਆ, ਜਿਹੜਾ ਮਸ਼ਵਰਾ ਕਰਕੇ ਪਲੈਨਿੰਗ ਕਰਕੇ, ਦੈਟ ਇਜ਼ ਆਰਗੇਨਾਈਜ਼ਡ। ਹੁਣ ਨਵਾਂ ਜਿਹੜਾ ਗੈਂਗਸਟਰ ਵਿਰੋਧੀ ਟਾਸਕ ਫੋਰਸ ਬਣਾਈ ਹੈ, ਇਹਦੇ ਤੇ ਉਹਦੇ 'ਚ ਕੀ ਫਰਕ ਸਮਝਦੇ ਹੋ? ਕੀ ਹੈ ਇਹ ਇਹੋ ਜਿਹੀ ਚੀਜ਼, ਇਹ ਕੀ ਭਲਾ ਕਰੂਗਾ? ਦੇਖੋ, ਗੱਲ ਇਹ ਜਾਣੀਆ ਸਭ ਭਲਾ ਤਾਂ ਇਹ ਕਰਨਾ, ਇੱਛਾ ਸ਼ਕਤੀ ਤੇ ਗੱਲ ਖੜੀ ਹੁੰਦੀ ਹੈ ਕਿ ਤੁਹਾਡੀ ਇੱਛਾ ਸ਼ਕਤੀ ਕੀ ਕਹਿੰਦੀ ਹੈ, ਤੁਸੀਂ ਕੁਝ ਕਰਨਾ ਕਿ ਨਹੀਂ ਕਰਨਾ ਜੀ। ਇਹ ਇਸ ਗੱਲ ਦੇ ਉੱਤੇ ਖੜੀ। ਹੁਣ ਤੁਸੀਂ ਇਹ ਦੇਖੋ, ਜਿਹੜੀ ਆਪਾਂ ਓਕੂ ਦੀ ਗੱਲ ਕਰਦੇ ਹਾਂ, ਓਕੂ ਬਣੀ ਹੈ ਜਿਹੜੀ ਜੀ, ਓਕੂ ਬਣੀ ਕਦੋਂ ਸੀ? ਓਕੂ ਬਣੀ ਸੀਗੀ 2000 ਮੇਰੇ ਖਿਆਲ ਇਹ 17-18 'ਚ ਬਣੀ ਹੈ। ਹਾਂਜੀ, 2015 ਦੇ ਵਿੱਚ ਇੱਕ ਬਣਾਈ ਸੀਗੀ ਸਪੈਸ਼ਲ ਟਾਸਕ ਫੋਰਸ, STF ਬਣਾਈ ਸੀਗੀ। ਇਹ ਬਣਾਈ ਸੀਗੀ ਅਕਾਲੀ ਦਲ ਦੀ ਸਰਕਾਰ ਨੇ। ਸਪੈਸ਼ਲ ਟਾਸਕ ਫੋਰਸ ਬਣਾਈ ਸੀ ਵੀ ਜੀ ਇਹ ਗੈਂਗਸਟਰਾਂ ਨੂੰ ਨਿਪਟੂਗੀ, ਔਰ ਇਹਦੇ ਮੁਖੀ RN ਢੋਕੇ ਲਾਏ ਸੀ।
ਹੋਇਆ ਕੀ ਕਿ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ ਜੀ। ਅਮਰਿੰਦਰ ਸਿੰਘ ਨੇ ਆ ਕੇ ਨਸ਼ਿਆਂ ਦੇ ਮਾਮਲੇ 'ਚ ਜਦੋਂ ਕਿਹਾ ਸੀ ਕਿ 4 ਹਫ਼ਤੇ ਦੇ ਵਿੱਚ ਮੈਂ ਨਸ਼ੇ ਦੀ ਢੂਹੀ ਨਸ਼ਿਆਂ ਤੋੜੂੰਗਾ। ਅਸੀਂ ਲੱਕ ਤੋੜ ਦਿਆਂਗੇ, ਉਹਨਾਂ ਨੇ ਆ ਕੇ ਇੱਕ ਬਣਾ ਦਿੱਤੀ STF, ਉਹਨਾਂ ਨੇ ਬਣਾਤੀ ਜੀ। ਉਹ ਸਪੈਸ਼ਲ ਟਾਸਕ ਫੋਰਸ ਵੀ 2 ਸਪੈਸ਼ਲ ਟਾਸਕ ਫੋਰਸਾਂ ਕਿਵੇਂ ਹੋਣਗੀਆਂ? ਅਲੱਗ-ਅਲੱਗ ਮਾਮਲਿਆਂ ਵਾਸਤੇ ਐਸਆਈਟੀ ਤਾਂ 2 ਬਣ ਜਾਂਦੀਆਂ। ਤੇ ਜਿਹੜੇ ਉਹਦਾ ਮੁਖੀ ਲਾਇਆ ਸੀ ਹਰਪ੍ਰੀਤ ਸਿੰਘ ਸਿੱਧੂ। ਹਰਪ੍ਰੀਤ ਸਿੰਘ ਸਿੱਧੂ ਜਦੋਂ ਲਾਇਆ ਸੀ ਤਾਂ ਹਰਪ੍ਰੀਤ ਸਿੰਘ ਸਿੱਧੂ ਤੋਂ ਬਾਅਦ ਵੀ ਹੁਣ ਇਹਦਾ ਕੀ ਕਰੀਏ? ਫਿਰ ਇਹਨਾਂ ਨੇ ਬਦਲ ਕੇ ਲਾਇਆ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, ਉਹਦਾ ਨਾਮ ਬਦਲਤਾ ਸੀ ਜੀ। ਤੇ ਉਹਦੇ ਵਿੱਚ 300 ਦੇ ਕਰੀਬ ਜਿਹੜੇ ਹੈਗੇ ਆ ਉਹ ਅਫਸਰ ਲਾਤੇ ਸੀਗੇ, ਅਫਸਰ ਤੇ ਕਰਮਚਾਰੀ ਜੀ। ਔਰ ਇਹ ਜਿਹੜਾ ਹੈਗਾ ਓਕੂ ਸੀ, ਇਹ ਸਿੱਧਾ ਇੰਟੈਲੀਜੈਂਸ ਦੇ ਥੱਲੇ ਸੀ, ਉਹਦਾ ਇੱਕ ਵਿੰਗ ਸੀ। ਇੰਟੈਲੀਜੈਂਸ ਦਾ ਵਿੰਗ ਇਸ ਕਰਕੇ ਸੀ ਕਿਉਂਕਿ ਇੰਟੈਲੀਜੈਂਸ ਦੇ ਕੋਲ ਇਨਫਰਾਸਟ੍ਰਕਚਰ ਹੈ ਜੀ। ਜਿਹੜੇ ਹੁਣ ਤੁਸੀਂ ਦੇਖੋ ਕਿ ਉਸ ਦੌਰ ਦੇ ਵਿੱਚ ਕਿੰਨੇ ਬੰਦੇ ਆ ਜਿਹੜੇ ਜਿਨ੍ਹਾਂ ਸਰਕਾਰ ਦਾ ਕੰਮ ਕੀ ਸੀ। ਮੈਂ ਹੁਣ ਥੋੜੇ ਕੱਲੀ ਗੱਲ ਯਾਦ ਕਰਾਉਣਾ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਕਿ ਜਿਹੜੇ ਮੁੰਡੇ ਗੈਂਗਸਟਰ ਹੈ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਸਰੈਂਡਰ ਕਰ ਦਿਓ ਜੀ। ਕਾਨੂੰਨ ਦੇ ਮੁਤਾਬਕ ਤੁਹਾਡੇ ਨਾਲ ਕੰਮ ਜਿਹੜਾ ਹੈਗਾ ਵਿਵਹਾਰ ਕੀਤਾ ਜਾਊ। ਇੰਨੇ ਦਿਨਾਂ 'ਚ ਤੁਸੀਂ ਸਰੈਂਡਰ ਕਰਤੇ ਹੋ, ਜੇ ਸਰੈਂਡਰ ਨਾ ਕਰੋਗੇ ਤਾਂ ਫਿਰ ਉਸ ਤੋਂ ਬਾਅਦ ਆਪਦੇ ਹਸ਼ਰ ਦਾ ਭਾਈ ਤੁਸੀਂ ਆਪ ਦੇਖੋ ਤੇ ਫਿਰ ਸਖਤੀ ਹੋਊਗੀ ਜੀ। ਔਰ ਉਹ ਸਖਤੀ ਵਾਸਤੇ ਜਿਹੜਾ ਹੈਗਾ ਸੀ ਸਿਸਟਮ ਹੈ। ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ ਤੁਸੀਂ ਕਿਸੇ ਬੰਦੇ ਨੂੰ ਟਰੇਸ ਕਰਨਾ ਹੈ, ਉਹ ਬੰਦਾ ਕਿੱਥੇ ਫਿਰਦਾ ਹੈ ਜੀ। ਤੁਸੀਂ ਕਿਸੇ ਬੰਦੇ ਨੂੰ ਟਰੈਕ ਕਰਨਾ ਕਿ ਕਿੱਧਰ ਨੂੰ ਜਾ ਰਿਹਾ ਹੈ। ਸਭ ਤੋਂ ਵਧੀਆ ਤਰੀਕਾ ਹੈਗਾ ਤੁਹਾਡੇ ਕੋਲ ਜਿਹੜਾ ਤੁਹਾਡਾ ਟੈਲੀਫੋਨ ਜੀ, ਜਾਂ ਤੁਹਾਡਾ ਜਿਹੜਾ ਹੈਗਾ ਤੁਸੀਂ ਸੋਸ਼ਲ ਮੀਡੀਆ ਇਸਤੇਮਾਲ ਕਰਦੇ ਹੋ, ਫੇਸਬੁੱਕ ਵਗੈਰਾ। ਇੱਕ ਮੈਂ ਤੁਹਾਡੇ ਯਾਦ ਕਰਾਉਣਾ ਹੈ, ਇੱਕ ਜੱਜ ਸਾਹਿਬ ਸੀ ਪਟਿਆਲੇ ਦੇ ਵਿੱਚ ਕਤਲ ਹੋਏ ਜੀ। ਉਹ ਸੈਰ ਕਰਦੇ ਫਿਰਦੇ ਸੀ, ਉਹਨਾਂ ਨੂੰ ਕਈ ਛੁਰੇ ਮਾਰ ਕੇ ਕਤਲ ਕਰ ਦਿੱਤਾ ਸੀ ਜੀ। ਉਹ ਜਦੋਂ ਕੇਸ ਦੀ ਤਫਤੀਸ਼ ਚੱਲੀ ਤੇ ਉਹਦੇ 'ਚ ਪਤਾ ਲੱਗਿਆ ਕਿ ਇੱਕ ਲੇਡੀ ਡਾਕਟਰ ਸੀ। ਲੇਡੀ ਡਾਕਟਰ ਜਿਹੜੀ ਹੈਗੀ ਆ ਉਹਦੇ ਜੱਜ ਸਾਹਿਬ ਨਾਲ ਕੋਈ ਰਿਲੇਸ਼ਨ ਬਣ ਗਏ ਸੀ ਜੀ। ਉਹ ਚਾਹੁੰਦੀ ਸੀ ਕਿ ਜੱਜ ਉਹਦੇ ਨਾਲ ਵਿਆਹ ਕਰਵਾ ਲਵੇ ਜੀ, ਲੇਕਿਨ ਜੱਜ ਬਾਲ ਬੱਚੇਦਾਰ ਸੀ, ਉਹਨੇ ਵਿਆਹ ਨਹੀਂ ਸੀ ਕਰਵਾਇਆ। ਉਹਨੇ ਜਦੋਂ ਵਿਆਹ ਤੋਂ ਇਨਕਾਰ ਕਰਤਾ ਤੇ ਉਹ ਜੱਜ ਸਾਹਿਬ ਦੇ ਸੰਪਰਕ ਦੇ ਵਿੱਚ ਇੱਕ ਨਿਹੰਗ ਸਿੰਘ ਆ ਗਿਆ ਜੀ, ਜਿਹੜਾ ਉਹਨਾਂ ਦੇ ਘਰ ਪਾਠ ਵਗੈਰਾ ਕਰਦਾ ਹੁੰਦਾ ਸੀ। ਉਹ ਕਿਤੇ ਗੱਲ ਕਰਦਿਆਂ ਅੱਗ ਦਾ ਤੇ ਫੂਸ ਦਾ, ਜਿਵੇਂ ਕਹਿੰਦੇ ਆਪਣਾ ਤੇਲ ਦਾ ਕੋਈ ਫਰਕ ਨਹੀਂ, ਉਹਨਾਂ ਦੀ ਆਪਸੇ ਦੋਸਤੀ ਹੋ ਗਈ। ਉਹਨੇ ਕਹਿੰਦਾ ਵੀ ਆਹ ਬੰਦਾ ਜਿਹੜਾ ਹੈਗਾ ਮੈਨੂੰ ਰੜਕਦਾ ਤੇ ਇਹਦਾ ਕੰਮ ਕਰ ਰਿਹਾ ਜੀ। ਉਹਨਾਂ ਨੇ ਜੋ ਛੁਰੇ ਮਾਰ ਕੇ ਉਹਦਾ ਕਤਲ ਕਰਤਾ ਸੀ। ਉਹ ਤੋਂ ਬਾਅਦ ਉਹਨੂੰ ਸਜ਼ਾ ਹੋ ਗਈ। ਉਹ ਬੀਬੀ ਅੰਦਰ ਚਲੀ ਗਈ ਜੀ। ਅੰਦਰ ਜਾਣ ਤੋਂ ਬਾਅਦ ਉਹਦੇ ਬਾਪ ਦੀ ਡੈਥ ਹੋ ਜਾਂਦੀ ਹੈ। ਅੱਛਾ ਜੀ। ਡਾਕਟਰ ਦੇ ਉਹਨੇ ਕਿਹਾ ਜੀ ਮੈਨੂੰ ਪੈਰੋਲ ਦਿਓ, ਮੈਂ ਆਪਣੇ ਬਾਪ ਦਾ ਕਿਰਿਆਕਰਮ ਕਰਨਾ। ਉਹਨੂੰ ਪੈਰੋਲ ਮਿਲ ਜਾਂਦੀ ਹੈ। ਪੈਰੋਲ ਮਿਲਣ ਤੋਂ ਬਾਅਦ ਜੀ ਪੈਰੋਲ ਜੰਪ ਕਰ ਗਈ। ਪੈਰੋਲ ਜੰਪ ਕਰਕੇ ਕਿਸੇ ਨੂੰ ਕੋਈ ਪਤਾ ਨਹੀਂ ਪੈਸਾ ਸੀਗਾ ਜਾ ਕੇ ਉਹ ਤੇਰੇ ਕਿਤੇ ਹਰਿਦੁਆਰ ਵਾਲੇ ਪਾਸੇ ਜਾ ਕੇ ਉੱਤਰਾਖੰਡ 'ਚ ਬਹਿ ਗਈ। ਉਹ ਤੋਂ ਬਾਅਦ ਜਿਹੜੀ ਉਹ ਫੇਸਬੁੱਕ ਚਲਾਉਣ ਦੀ ਆਦਤ ਸੀ, ਉਹਨੇ ਉੱਤੋਂ ਪੰਗਾ ਲੈ ਲਿਆ। ਫੇਸਬੁੱਕ ਦਾ ਉਹਨੇ ਪੰਗਾ ਲੈ ਲਿਆ ਤੇ ਨਾਲ ਦੀ ਨਾਲ ਪਤਾ ਲੱਗ ਗਿਆ ਕਿ ਬੀਬਾ ਜੀ ਤਾਂ ਇੱਥੇ ਫਿਰਦੇ ਆ ਡਾਕਟਰ ਸਾਹਿਬ ਆ। ਉਹਨਾਂ ਨੂੰ ਚੱਕ ਲੈਂਦਾ ਤੇ ਮੇਰੇ ਖਿਆਲ ਉਹਨੂੰ ਜੇਲ੍ਹ 'ਚ ਹੀ ਹੈ। ਉਸ ਤੋਂ ਬਾਅਦ ਤਾਂ ਫਿਰ ਉਹਨੂੰ ਛੁੱਟੀ ਵੀ ਨਹੀਂ ਨਾ ਮਿਲਦੀ, ਪੈਰੋਲ ਨਹੀਂ ਮਿਲਦੀ। ਬਿਲਕੁਲ ਉਸੇ ਤਰੀਕੇ ਨਾਲ ਜਿਹੜੀ ਇਹ CID ਦਾ ਤਾਂ ਰੱਖਿਆ ਸੀ ਕਿ CID ਦੇ ਕੋਲੇ ਸਾਰੇ ਇਕਵਿਪਮੈਂਟ ਹੈ ਜੀ। ਕਿਹੜਾ ਬੰਦਾ ਕਿੱਥੇ ਫਿਰਦਾ, ਕੀ ਫਿਰਦਾ, ਉਹਨਾਂ ਦੇ ਟੈਲੀਫੋਨਾਂ ਦੀ ਸਾਰੀ ਗੱਲ। ਤਾਂ ਟੈਲੀਫੋਨਾਂ ਦੀ ਗੱਲ ਦਾਨੇਵਾਲੀਆ ਸਾਹਿਬ ਮੈਨੂੰ ਪਤਾ ਲੱਗਿਆ ਹੈ ਕਿ ਹੁਣ ਕੋਈ ਲੋੜ ਨਹੀਂ ਤੁਹਾਡੇ ਨੰਬਰ ਦੀ, ਤੁਹਾਡੀ ਆਵਾਜ਼ ਦੇ ਸੈਂਪਲ ਵੀ ਹੈਗੇ, ਉਹ ਆਪਣੇ ਵੀ ਚੱਕ ਲੂਗਾ। ਉਹ ਆਪਣੇ ਆਪ ਹੀ ਚੱਕ ਲੈਣਾ ਵੀ ਇਹ ਬੰਦਾ ਕਿੱਥੇ ਫਿਰਦਾ, ਕੀ ਕੁਛ ਹੈ। ਤਾਂ CID ਦੇ ਤਹਿਤ ਰੱਖਿਆ ਸੀ। ਤੇ ਉਸ ਤੋਂ ਬਾਅਦ ਤੁਸੀਂ ਵੇਖੋ ਕਿ ਕਿੰਨੇ ਜਿਹੜੇ ਗੈਂਗਸਟਰ ਹੈ ਉਹ ਖਤਮ ਹੋਏ ਸੀ। ਸਭ ਤੋਂ ਜਿਹੜਾ ਵੱਡਾ ਮੁਕਾਬਲਾ ਹੋਇਆ ਸੀ ਜਿਹੜੇ 'ਚ ਜਾ ਸੀ ਉਹ ਸੀ ਵਿੱਕੀ ਗੌਂਡਰ ਜੀ। ਵਿੱਕੀ ਗੌਂਡਰ ਦਾ ਰਾਜਸਥਾਨ ਤੇ ਆਪਣੇ ਪੰਜਾਬ ਦੀ ਸਰਹੱਦ ਦੇ ਉੱਤੇ ਹੋਇਆ ਸੀ। ਰਾਜਸਥਾਨ ਦੇ ਵਿੱਚ ਹੋਇਆ ਸੀ, ਕੋਠੇ ਪਿੰਡ ਦੀਆਂ ਚ। ਔਰ ਉਹਦੇ ਵਿੱਚ ਕੀ ਹੋਇਆ ਸੀ, ਉਹ ਹਾਲਾਂਕਿ ਕੀਤਾ ਤਾਂ ਬਿਕਰਮ ਸਿੰਘ ਸੀਗੇ ਸੀ, ਉਹਨਾਂ ਨੇ ਕੀਤਾ ਸੀ। ਕਿਵੇਂ ਕੀਤਾ ਆਪਾਂ ਨੂੰ ਨਹੀਂ ਪਤਾ, ਵੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਬੰਦੇ ਇੱਥੇ ਫਿਰਦੇ ਆ। ਦਾਨੇਵਾਲੀਆ ਸਾਹਿਬ ਉਹਦੇ ਵਿੱਚ ਫਿਰ ਕਈ ਵਾਰੀ ਇਹ ਹੁੰਦੇ ਵੀ ਫਲਾਣੇ ਬੰਦੇ ਨੇ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ, ਉਹ ਬੰਦਾ ਫਲਾਣੇ ਨੇ ਆ ਕੀਤਾ ਜੀ, ਉਹ ਬੰਦੇ ਭਰਤੀ ਵੀ ਹੋ ਜਾਂਦੇ। ਬੜਾ ਕੁਛ ਹੁੰਦਾ ਇਹਦੇ 'ਚ। ਉਹ ਸਿਸਟਮ ਸਾਰਾ ਕੁਛ ਉਹ ਚੱਲਦਾ ਸੀ ਕਿਉਂਕਿ ਹੁਣ ਸਰਕਾਰ ਨਵੀਂ ਬਣ ਗਈ ਜੀ। ਉਵੇਂ ਦਾ ਉਵੇਂ ਸਿਸਟਮ ਕਾਇਮ ਹੈ, ਉਹ ਅੱਜ ਵੀ ਕਾਇਮ ਹੈ, ਭੰਗੋ ਵੀ ਨਹੀਂ ਕੀਤੀ। ਹੁਣ ਇਹ ਜਦੋਂ ਵਾਰਦਾਤਾਂ ਹੋਣੀਆਂ ਸ਼ੁਰੂ ਹੋ ਗਈਆਂ ਜੀ। ਕੱਲ ਹੀ ਆਪਾਂ ਗੱਲ ਕੀਤੀ ਸੀ ਜਦੋਂ ਨਵਜੋਤ ਸਿੱਧੂ ਨੇ ਕਿਹਾ ਸੀ ਜੀ ਜੰਗਲ ਦਾ ਰਾਜ ਹੈ। ਆਪਾਂ ਉਹ ਗੱਲ ਕਰਦੇ ਸੀ ਉੱਥੇ ਆਪਣੀ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਫੁੱਲੜ ਪਿੰਡ ਹੈ ਜਿੱਥੇ ਉਹ 4 ਬੰਦੇ ਮਰੇ। ਬਿਲਕੁਲ ਹਾਂਜੀ। ਉੱਥੇ ਫਿਰ ਪਹੁੰਚ ਕੇ ਕੱਲ ਨਵਜੋਤ ਸਿੰਘ ਸਿੱਧੂ, ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚ ਗਏ, ਅਸ਼ਵਨੀ ਸੇਖੜੀ ਵੀ ਪਹੁੰਚ ਗਿਆ। ਔਰ ਉੱਥੇ ਨਵਜੋਤ ਸਿੱਧੂ ਨੇ ਜਾ ਕੇ ਇੱਕ ਹੋਰ ਬਿਆਨ ਦਿੱਤਾ, ਕਹਿੰਦਾ ਵੀ ਪੰਜਾਬ ਦੇ ਲੋਕਾਂ ਨੇ ਬੱਚਿਆਂ ਦੇ ਹੱਥ ਹਕੂਮਤ ਫੜਾ ਦਿੱਤੀ, ਅਣਜਾਣ ਬੱਚਿਆਂ ਦੇ ਹੱਥ। ਇਹਨਾਂ ਨੂੰ ਤਾਂ ਕਹਿੰਦਾ ਹਕੂਮਤ ਚੱਲ ਹੀ ਨਹੀਂ ਰਹੀ, ਇਹ ਧੜਾ ਧੜ। ਹੁਣ ਵੱਡੀ ਗੱਲ ਇਹ ਹੈ ਕਿ ਤੁਹਾਨੂੰ ਇਹ ਬਣਾਉਣ ਦੀ ਲੋੜ ਨਹੀਂ, ਤੁਹਾਡੀ ਪੋਲੀਟੀਕਲ ਇੱਛਾ ਸ਼ਕਤੀ ਹੈ। ਪ੍ਰਗਟ ਸਿੰਘ ਸਿਆਣਾ ਬੰਦਾ, ਉਹਨੇ ਇਹੀ ਗੱਲ ਕਹੀ ਹੈ। ਉਹ ਕਹਿੰਦਾ ਓਕੂ ਪਹਿਲਾਂ ਬਣੀ ਹੋਈ ਸੀ, ਹੁਣ ਤੁਸੀਂ ਐਂਟੀ ਗੈਂਗਸਟਰ ਜਿਹੜਾ ਹੈਗਾ ਟਾਸਕ ਫੋਰਸ ਬਣਾ ਰਹੇ ਹੋ। ਉਹ ਟਾਸਕ ਫੋਰਸ ਬਣਾਉਣ ਦੀ ਲੋੜ ਨਹੀਂ, ਜੇ ਆਪਦੀ ਇੱਛਾ ਸ਼ਕਤੀ ਦਿਖਾਓ, ਤੁਸੀਂ ਉਹਨਾਂ ਬੰਦਿਆਂ ਤੋਂ ਕੰਮ ਲਓ। ਮੇਰਾ ਤਾਂ ਇਹ ਮੰਨਣਾ ਦਾਨੇਵਾਲੀਆ ਸਾਹਿਬ ਕਿ ਕਦੇ ਇਹ ਫੋਰਸਾਂ ਜਿਹੜੀਆਂ ਇਸ ਕਿਸਮ ਦੀਆਂ ਬਣਾਈਆਂ ਹੁੰਦੀਆਂ ਕਦੇ ਕੰਮ ਨਹੀਂ ਕਰਦੀਆਂ।
ਬਹੁਤ ਪਹਿਲਾਂ ਦੀ ਤੁਸੀਂ ਗੱਲ ਦੇਖੋ, ਪੁਰਾਣੇ ਜ਼ਮਾਨੇ ਦੇ ਵਿੱਚ ਐਸਐਚਓ 3-3 ਸਾਲ ਰਹਿੰਦੇ ਹੁੰਦੇ ਸੀ। ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਐਸਪੀ ਨਾਂ ਦੀ ਵੀ ਕੋਈ ਚੀਜ਼ ਹੈ। ਬਿਲਕੁਲ। ਉਹ ਥਾਣੇਦਾਰ ਦਾ ਕੀ ਬੀਟ ਅਪ ਜਾਂ ਹੌਲਦਾਰ ਹੌਲਦਾਰੀ ਜੈਲਾਂ ਹੁੰਦੀਆਂ ਸੀ, ਜੈਲ ਸੀ। ਹਾਂ, ਉਹਨਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਸੀ ਕਿ ਵੀ ਹਾਂ ਕੰਮ ਕਿਵੇਂ ਕਰਨਾ। ਉਹ ਫ੍ਰੀ ਹੈਂਡ ਹੁੰਦਾ ਸੀ। ਬੰਦਾ ਜਦੋਂ ਕੁਰਸੀ ਤੇ ਬੈਠ ਗਿਆ, ਉਹ ਕਹਿੰਦਾ ਮੈਂ ਕੁਰਸੀ ਨੂੰ ਜਵਾਬ ਦੇ ਮੈਂ ਇੱਥੇ ਆਪਦਾ ਕੰਮ ਕਰਨਾ। ਜਿੰਨੀ ਇਨਫੋਰਮੇਸ਼ਨ ਇੱਕ ਐਸਐਚਓ ਕੋਲੇ ਹੈ, ਉਹ ਇਨਫੋਰਮੇਸ਼ਨ ਇੱਕ ਐਸਐਸਪੀ ਕੋਲੇ ਨਹੀਂ ਹੋ ਸਕਦੀ। ਲੰਬਾ ਸਮਾਂ ਰਹਿੰਦੇ ਹੁੰਦੇ ਸੀ। ਮੇਰੇ ਯਾਦ ਹੈ ਕਦੇ ਕਦਾਈ ਜਦੋਂ ਹੁੰਦਾ ਵੀ ਦਿਹਾਤੀ ਦੌਰੇ ਤੇ ਆਉਣਾ ਜੀ ਡੀਐਸਪੀ ਨੇ, ਪੰਚਾਇਤਾਂ ਨੂੰ ਇਕੱਠਿਆਂ ਕੀਤਾ ਜਾਂਦਾ, ਪਾਣੀ ਛਿੜਕੇ ਜਾਂਦੇ ਵੀ ਬਈ ਪਾਣੀ ਡੀਐਸਪੀ ਆਊਗਾ। ਤੇ ਹੁਣ ਏਡੀਜੀਪੀ ਤੇ ਡੀਜੀਪੀ ਤੁਰੇ ਫਿਰਦੇ ਆ, ਲੋਕ ਬਹੁਤਰੀ ਨਹੀਂ ਕਰਦੇ। ਜਿੰਨਾ ਵਧੀਆ ਕੰਮ ਤੁਹਾਡੀ ਜਿਹੜੀ ਹੈਗੀ ਲੋਕਲ ਪੁਲਿਸ ਕਰ ਸਕਦੀ ਹੈ। ਫੁੱਟ ਡਿਟੈਕਟਿਵ ਇੱਕ ਡੀਐਫਸੀ ਹੁੰਦਾ, ਉਹ ਮੈਨੂੰ ਬਾਅਦ ਚ ਪਤਾ ਲੱਗਾ ਡੀਐਫਸੀ ਇੱਕ ਸਿਪਾਹੀ ਹੁੰਦਾ ਜਿਹੜਾ ਵਰਦੀ ਚ ਨਹੀਂ ਪਾਉਂਦਾ, ਬਗੈਰ ਵਰਦੀ ਤੋਂ ਰਹਿੰਦਾ, ਉਹਨੂੰ ਡੀਐਫਸੀ ਕਹਿੰਦੇ ਸੀ। ਉਹ ਸੀ ਡੀਐਫਸੀ ਡਿਟੈਕਟਿਵ ਫੁੱਟ ਕਨਸਟੇਬਲ। ਅੱਛਾ ਜੀ, ਪੈਦਲ ਰਹਿੰਦਾ ਸੀ। ਉੱਥੇ ਖੜ ਗਿਆ, ਉਹਦੇ ਕੋਲ ਚਾਹ ਪੀ ਲਈ, ਕੀ ਕਰ ਲਿਆ ਭਾਈ ਇਸ ਪਿੰਡ ਦੇ ਵਿੱਚ ਕੀ ਹੋ ਗਈ। ਮੈਂ ਹੁਣ ਇੱਕ ਤੁਹਾਨੂੰ ਆਪਦਾ ਜਾਤੀ ਤਜਰਬਾ ਦਿਖਾਉਣਾ। ਜਦੋਂ ਸੀ ਖਾੜਕੂਬਾਦ ਦਾ ਦੌਰ, ਆਪਣੇ ਨਥਾਣੇ ਇੱਕ ਐਸਐਚਓ ਲੱਗਿਆ ਹੁੰਦਾ ਜਿਹਦਾ ਨਾਂ ਸੀ ਲੈਂਡਲਾਰਡ। ਹਾਂਜੀ, ਸੀ ਤਾਂ ਉਹ ਸੁਧਾਰਨ ਕਰਦਾ ਮੁੰਡਾ ਜੀ। ਉਹ ਕਿਤੇ ਕਹਿ ਦਿੰਦਾ, ਉਹਦਾ ਤਖੱਲਸ ਸੀ ਜੀ ਕਿ ਵੀ ਮੈਂ ਕਿਸੇ ਨੂੰ ਘੱਟ ਹਾਂ ਯਾਰ, ਮੈਂ ਵੀ ਲੈਂਡਲਾਰਡ ਹਾਂ। ਉਹ ਕਹਿ ਬੰਦੇ ਨੂੰ ਹੁੰਦੀ ਹੈ ਨਾ ਜਿਹਦੇ ਕੋਲ ਮੇਰੇ ਕੋਲ ਅਰਗੇ ਕੋਲੇ ਮਤਲਬ ਮਾੜੇ ਜਿਹੇ ਪੈਸੇ ਆ ਜਾਣ ਤੇ ਉਹ ਲੈਂਡਲਾਰਡ ਸਮਝਣ ਲੱਗ ਜਾਂਦਾ। ਉਹ ਜਦੋਂ ਕਨਸਟੇਬਲ ਹੁੰਦਾ ਸੀ, ਉਹ ਲੈਂਡਲਾਰਡ ਕਹਿ ਦਿੰਦਾ। ਨਾ ਉਹਦਾ ਜਗਜੀਤ ਸਿੰਘ ਸੀ, ਉਹਨੂੰ ਜਗਜੀਤ ਸਿੰਘ ਲੈਂਡਲਾਰਡ ਕਹਿਣ ਲੱਗੇ। ਲਓ ਜੀ, ਉਹ ਬੰਦਾ ਕੋਈ ਆਪਾਂ ਬੜਾ ਪੜ੍ਹਿਆ ਲਿਖਿਆ ਵੀ ਨਹੀਂ ਸੀ, ਦੇਸੀ ਬੰਦਾ ਰਹਿੰਦਾ ਸੀ। ਤੇ ਜਿਹੜੇ ਹੈ, ਜੇ ਆਪਾਂ ਪੁਲਿਸ ਵਾਲੇ ਹਿਸਾਬ ਕਿਤਾਬ 'ਚ ਕਹੀਏ, ਉਹਨੂੰ ਕਹਿੰਦੇ ਸੀ ਸਭ ਤੋਂ ਕਾਮਯਾਬ ਇਹ ਹੈ। ਨਥਾਣੇ ਥਾਣੇ 'ਚੋਂ ਲੱਗਿਆ ਵਾ, ਤੇ ਅਸੀਂ ਕੋਈ ਕੰਮ ਸੀਗਾ ਉਸ ਇਲਾਕੇ ਦੇ ਵਿੱਚ ਫਿਰਦੇ ਤੁਰਦੇ, ਤੇ ਉੱਥੇ ਵੀ ਆਪਾਂ ਚਲੋ ਥਾਣੇ ਪਤਾ ਲੱਗੀ, ਇਨਫੋਰਮੇਸ਼ਨ ਲੈਣੀ ਸੀ, ਚਲੇ ਗਏ। ਉਹਦੇ ਕੋਲੇ ਮਤਲਬ ਜਿਹੜਾ ਹੈਗਾ ਜੀ, ਇੱਕ ਆ ਗਿਆ ਫੇਰੀ ਵਾਲਾ, ਜਿਹੜਾ ਕੁਆੜ ਦਾ ਸਮਾਨ ਜਿਹਾ ਲੈਂਦਾ, ਬੋਰੀਆਂ ਦੇ ਦਿਓ ਜੀ, ਖਾਲੀ ਬੋਤਲਾਂ ਦੇ ਦਿਓ, ਹੋਰ ਵੀ ਕੀ ਹਾਲ ਚਾਲ ਹੈ, ਠੀਕ ਠਾਕ ਆ, ਹੋਰ ਚਾਹ ਪਾਣੀ ਪਿਆਈ ਉਹਨੂੰ, ਤੇ ਉਹਨੇ ਕੱਢ ਕੇ 200 ਰੁਪਇਆ ਫੜਾਤਾ ਜੀ। ਹਾਲਾਤ ਨੇ ਪੀ ਪੂਲੀ, ਉਹ ਤੁਰ ਗਿਆ ਜੀ। ਉਹਨੇ 'ਚ ਇੱਕ ਬੀਬੀ ਆ ਗਈ। ਉਹ ਬੀਬੀ ਆ ਕੇ ਬੇ ਥਾਣੇਦਾਰਾ ਵੇ ਫਲਾਣਾ, ਉਹ ਇਸ ਤਰ੍ਹਾਂ ਗੱਲ ਕਰੇ, ਸਾਨੂੰ ਕੋਲੇ ਬੈਠਣ ਨੂੰ ਸ਼ਰਮ ਆਈ ਜਾਵੇ ਤੇ ਹੱਸੀ ਜਾਵੇ। ਜਦੋਂ ਬੀਬੀ ਤੁਰ ਗਈ ਤੇ ਮੈਂ ਇਹਨੂੰ ਕਿਹਾ, ਮੈਂ ਕਿਹਾ ਯਾਰ ਗੱਲ ਸੁਣੋ, ਵੀ ਤੇਰੇ ਕੋਲੇ ਅਸੀਂ 2-4 ਪੱਤਰਕਾਰ ਬੈਠੇ ਹਾਂ, ਪਹਿਲਾ ਬੰਦਾ ਆਇਆ, ਤੂੰ ਕਿਹਾ ਲੈ ਪੀ ਪੂਲੀ ਪਤੰਦਰਾ, ਤੂੰ ਪੈਸੇ ਐਂ ਫੜਾਤਾ, ਹੁਣ ਬੀਬੀ ਆ ਗਈ ਹੈ, ਤੈਨੂੰ ਇਹ ਥਾਣੇਦਾਰਾ ਤੇ ਐਂ ਕਰੀ ਜਾਂਦੇ। ਇਹ ਹੁਣ ਤੂੰ ਮੈਨੂੰ ਕਹਿੰਦਾ ਵੀ ਜਿਹੜਾ ਕੰਮ ਇਹ ਕਰ ਲੈਣਗੇ ਤੂੰ ਕਰ ਲੇਗਾ। ਮੈਂ ਕਿਹਾ ਕੀ? ਉਹ ਕਹਿੰਦਾ ਵੀ ਮੈਨੂੰ ਹੁਣ ਇਹ ਪਤਾ ਮਿਲਣਾ ਚਾਹੀਦਾ ਵੀ ਕਿਹੜੇ ਪਿੰਡ ਦੇ ਵਿੱਚ ਬੰਦਾ ਕੌਣ ਹੈ ਬਾਲਾ, ਉੱਥੇ ਕੌਣ ਬੰਦਾ ਓਪਰਾ ਆਉਂਦਾ ਹੈ। ਆ ਫੇਰੀ ਵਾਲਾ ਫਿਰਦਾ, ਇਹਨੂੰ ਸਭ ਨੂੰ ਪਤਾ ਲੱਗਦਾ ਪਿੰਡ ਦੇ ਵਿੱਚ ਆ ਓਪਰਾ ਬੰਦਾ ਆ ਗਿਆ, ਕਹਿੰਦਾ ਨਾਲ ਦੀ ਨਾਲ ਆ ਕੇ ਮੈਨੂੰ ਇਨਫੋਰਮੇਸ਼ਨ ਦੇਊਗਾ। ਅਸੀਂ ਆਪਦਾ ਵੇਖਾਂਗੇ, ਬੰਦਾ ਓਪਰਾ ਫੜਾਂਗੇ, ਉਹਨੂੰ ਪੜਤਾਲਾਂ ਲੱਗ ਜੂ ਪਤਾ ਵੀ ਉਹ ਕੀ ਹੈ। ਬਾਕੀ ਕਹਿੰਦੇ ਬੀਬੀ ਭਲੀ ਮਾਨਸ ਹੈ, ਤੇ ਭਲੀ ਮਾਨਸ ਬੀਬੀ ਨੂੰ ਪਿੰਡ ਦੇ ਸਾਰੇ ਸਭ ਪਤਾ ਹੁੰਦਾ ਵੀ ਕਿੱਥੇ ਕੀ ਕੁਛ ਹੋਈ ਜਾਂਦਾ। ਜਿਹੜੀ ਇਨਫੋਰਮੇਸ਼ਨ ਕਹਿੰਦਾ ਭਾਈ ਸਾਹਿਬ ਇਹ ਦੇ ਸਕਦੇ, ਤੁਸੀਂ ਤਾਂ ਕਹਿੰਦੇ ਵੀ ਇਸ ਤਾਂ ਪੱਤਰਕਾਰ ਅਸੀਂ ਤਾਂ ਦੇਣੀ ਨਹੀਂ ਕਿਸੇ ਨੂੰ, ਮੇਰੀ ਕਾਮਯਾਬੀ ਦਾ ਰਾਜ ਹੀ ਆ ਹੈ। ਹੁਣ ਇਹ ਕੰਮ ਜਿਹੜਾ ਇਹ ਮਤਲਬ ਇਹ ਫੁੱਟ ਡਿਟੈਕਟਿਵ ਸੀ, ਫੁੱਟ ਡਿਟੈਕਟਿਵ ਡੀਐਫਸੀ ਸੀ, ਡਿਟੈਕਟਿਵ ਫੁੱਟ ਕਨਸਟੇਬਲ ਵਾਲੀ ਗੱਲ ਜਿਹੜੀ ਇਹ ਕੰਮ ਕਰਦੇ ਹੁਣ, ਜਿਹੜੇ ਉਹ ਲਾ ਦੇ ਫਲਾਨਾ ਲਾਤਾ ਜੀ, ਧਮਕਾ ਲਾਤਾ, ਆ ਉਹਨਾਂ ਦਾ ਹਿਸਾਬ ਹੀ ਨਹੀਂ ਹੈ। ਉਹਨਾਂ ਦਾ ਹਿਸਾਬ ਨਹੀਂ। ਤੁਸੀਂ ਸਟਰੋਂਗ ਐਸਐਸਪੀ ਲਾਓ, ਐਸਐਸਪੀ ਨੂੰ ਦਿਓ ਫ੍ਰੀ ਹੈਂਡ, ਆਪਦੀ ਮਰਜ਼ੀ ਦੇ ਲਾ ਐਸਐਚਓ, ਆਪਦੀ ਮਰਜ਼ੀ ਦੇ ਲਾ ਤੂੰ ਭਾਈ ਮੁਨਸ਼ੀ। ਔਰ ਇਹ ਜਿਹੜੇ ਹੈਗੇ ਐਸਐਚਓ, ਇਹ ਐਸਐਚਓ ਹੀ ਤੁਹਾਨੂੰ ਕੰਮ ਦੇਣਗੇ। ਆਹ ਹੁਣ ਤੁਸੀਂ ਦੇਖੋ, ਆਪਣੀ ਆ ਮੈਡਮ ਹੈ ਅਮਨੀਤ ਕੌਂਡਲ, ਇਹਨਾਂ ਨੇ ਬਹੁਤ ਵਧੀਆ, ਹਾਲਾਂਕਿ ਆਪਾਂ ਦੇਖਿਆ ਕਿ ਜਿਹੋ ਜਿਹੇ ਹਾਲਾਤਾਂ ਦੇ ਵਿੱਚ ਐਸਐਸਪੀ ਲੱਗੇ ਸੀ, ਕਦੋਂ ਲੱਗੇ ਸੀ ਐਸਐਸਪੀ? ਉਦੋਂ ਲੱਗੇ ਸੀ ਜਦੋਂ ਚੋਣ ਜਾਬਤਾ ਲੱਗ ਗਿਆ ਸੀ। ਇਲੈਕਸ਼ਨ ਕਮਿਸ਼ਨ ਨੇ ਲਾਇਆ ਵਾ, ਇੱਕ ਔਰਤ ਹੈ। ਬਠਿੰਡੇ ਦੀ ਹਾਲਤ ਕੀ ਸੀ? ਏਐਸਆਈ ਤਾਂ ਲੱਗੇ ਹੋਏ ਸੀਗੇ, ਐਸਐਸਪੀ ਲੱਗੇ ਹੋਏ ਸੀ, ਬਸ ਸਿੱਧੀ ਗੱਲ ਹੈ। ਹਾਂ, ਉਹ ਮਤਲਬ ਕਹਿੰਦੇ ਵੀ ਐਸਐਸਪੀ ਅਸੀਂ ਲਾਉਣਾ ਹੈ, ਉਹ ਲੱਗਦੇ ਵੀ ਸੀਗੇ, ਸਾਰਾ ਕੁਝ ਕਰਦੇ, ਕੋਈ ਕਿਸੇ ਦੀ ਕੋਈ, ਉਹਨੇ ਬੜੇ ਵਧੀਆ ਤਰੀਕੇ ਨਾਲ ਕੰਮ ਕਰਾਇਆ। ਅਸੀਂ ਦੇਖਦੇ ਸੀ ਵੀ ਕੰਮ ਵਧੀਆ ਚਲਾਉਂਦੇ ਹੈ। ਹੁਣ ਉਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਕਿ ਮੇਰੇ ਨਾਂ ਦੀ ਦੁਰਵਰਤੋਂ ਹੁੰਦੀ ਹੈ। ਅੱਛਾ, ਮੇਰੇ ਨਾਂ ਦੀ ਪਾਵਰਾਂ ਦੀ ਦੁਰਵਰਤੋਂ ਕਰਦਾ ਮੇਰਾ ਸਟਾਫ। ਕਿਸੇ ਆਫੀਸਰ ਦਾ ਸਭ ਤੋਂ ਕੌਨਫੀਡੈਂਸ਼ੀਅਲ ਬੰਦਾ ਕੌਣ ਹੁੰਦਾ ਜੀ? ਰੀਡਰ ਹੁੰਦਾ, ਉਹਦਾ ਰੀਡਰ ਹੁੰਦਾ। ਰੀਡਰ ਗੁਰਮੇਲ ਸਿੰਘ, ਉਹਦੀ ਰਿਟਾਇਰਮੈਂਟ ਦੇ ਵਿੱਚ ਮਹੀਨਾ ਜਾਂ 2 ਮਹੀਨੇ ਰਹਿੰਦੇ। ਮੈਡਮ ਦੇ ਧਿਆਨ ਦੇ ਵਿੱਚ ਆ ਗਿਆ ਕਿ ਇਹ ਬੰਦੇ ਨੇ ਗੱਲ ਕੀਤੀ। ਮੇਰਾ ਖਿਆਲ ਹੈ ਵੀ ਮੈਂ ਬਠਿੰਡੇ ਦੇ ਇਤਿਹਾਸ ਦਾ ਮੈਨੂੰ ਪਤਾ ਹੈ ਜੀ ਕਿ ਬਠਿੰਡੇ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਕਿਸੇ ਐਸਐਸਪੀ ਨੇ ਆਪਦੇ ਰੀਡਰ ਨੂੰ ਸਸਪੈਂਡ ਕੀਤਾ, ਜਿਹੜਾ ਕਿ ਅਫੀਸਰ ਦੀ ਰਗ ਤੋਂ ਵਾਕਫਕਾਰ ਹੁੰਦਾ। ਉਹਨੇ ਨੂੰ ਸਸਪੈਂਡ ਕਰਤਾ। ਮੈਸੇਜ ਕੀ ਗਿਆ? ਸਾਰੇ ਜ਼ਿਲ੍ਹੇ 'ਚ ਮੈਸੇਜ ਚਲਾ ਗਿਆ ਕਿ ਮੈਡਮ ਸਖਤ ਹੈ,
ਵੈਸੇ ਬਿਹੇਵੀਅਰ ਤੇ ਬੋਲ ਚਾਲ ਬਹੁਤ ਨਰਮ, ਬਹੁਤ ਸੌਫਟ ਹੈ, ਪਰ ਪ੍ਰਸ਼ਾਸਨਿਕ ਮਾਮਲਿਆਂ ਦੇ ਵਿੱਚ ਉਹਨੇ ਵੀ ਕੋਈ ਲਿਹਾਜ਼ ਨਹੀਂ ਕਰਨੀ ਤੇ ਉਹਦਾ ਡਰ ਦਹਿਸ਼ਤ ਪੈ ਜਾਂਦੀ ਹੈ। ਜਦੋਂ ਦਹਿਸ਼ਤ ਪੈ ਜਾਂਦੀ ਤੇ ਆਟੋਮੈਟਿਕਲੀ ਸਿਲਸਿਲਾ ਹੁੰਦਾ। ਤੇ ਜੇ ਐਸਐਚਓ, ਜੇ ਥਾਣੇਦਾਰ ਕਵੇ, ਏਐਸਆਈ ਛੋਟਾ ਥਾਣੇਦਾਰ ਕਵੇ ਕਿ ਐਸਐਸਪੀ ਤਾਂ ਮੈਂ ਲਾਉਣਾ, ਕੀ ਕਰੂਗਾ ਉੱਥੇ? ਇਸ ਤਰ੍ਹਾਂ ਦੀਆਂ ਪਾਵਰਾਂ ਜਿਹੜੀਆਂ ਹੈਗੀਆਂ ਤੁਸੀਂ ਆਪਣੇ ਜਿਹੜੇ ਅਫਸਰਾਂ ਨੂੰ ਦੇ ਦਿਓ। ਡੀਜੀਪੀ ਨੂੰ ਫ੍ਰੀ ਹੈਂਡ ਕਰ ਦਿਓ, ਤੂੰ ਐਸਐਸਪੀ ਲਾਉਣੇ, ਜ਼ਿੰਮੇਵਾਰੀ ਤੇਰੀ ਹੋਊਗੀ। ਮੈਨੂੰ ਤਾਂ ਰਿਜ਼ਲਟ ਚਾਹੀਦਾ। ਸਾਨੂੰ ਨਹੀਂ ਪਤਾ ਜੇ ਕਿਤੇ ਕੋਈ ਵਾਰਦਾਤ ਹੋਊਗੀ ਤੇਰੀ ਹੋਊ। ਐਸਐਸਪੀ ਨੂੰ ਫ੍ਰੀ ਹੈਂਡ ਕਰੋ ਵੀ ਤੂੰ ਲਾਉਣੇ ਭਾਈ ਆਪਦੇ ਐਸਐਚਓ, ਸਾਰਾ ਕੁਝ ਹੋ ਜਾਊਗਾ। ਆਹ ਕੋਈ ਕੁਝ ਕਰਨ ਦੀ ਲੋੜ ਨਹੀਂ। ਇੱਛਾ ਸ਼ਕਤੀ ਤੇ ਗੱਲ ਖੜੀ ਹੁੰਦੀ ਹੈ ਕਿ ਤੁਹਾਡੀ ਇੱਛਾ ਸ਼ਕਤੀ, ਪੋਲੀਟੀਕਲ ਵਿਲ ਕੀ ਹੈ, ਉਹਨੂੰ ਤੁਸੀਂ ਲਾਗੂ ਕਰਨਾ ਨਹੀਂ ਕਰਨਾ। ਲੋੜ ਕਦੇ ਹਾਕਮਾਂ ਨੂੰ ਕੋਈ, ਜਿਵੇਂ ਹੁਣ ਆਪਣੇ ਸਾਡੇ ਤੁਰੇ ਫਿਰਦੇ ਹੁੰਦੇ ਸੀ ਪਹਿਲੇ ਵੀ ਜੀ ਆ ਸੰਗਤ ਦਰਸ਼ਨ ਕਰ ਲਓ, ਤੇ ਹਾਕਮ ਨੂੰ ਕੋਈ ਲੋੜ ਨਹੀਂ ਹੁੰਦੀ। ਹਾਕਮ ਤਾਂ ਚੰਡੀਗੜ੍ਹ ਬੈਠ ਕੇ ਚਲਾ ਸਕਦਾ। ਬਿਲਕੁਲ। ਜਾਂ ਹਾਕਮ ਨੇ ਜੇ ਕੁਝ ਕਰਨਾ ਹੈ ਉਹ ਫਿਰ ਰਾਤਾਂ ਨੂੰ ਤੁਰੇ। ਲੋਕ ਕੀ ਸੋਚਦੇ ਹੈ, ਉਹ ਗੱਡੀਆਂ ਦੇ ਵਿੱਚ ਬੈਠ ਕੇ ਸਫ਼ਰ ਕਰੇ ਆਪਣਾ ਭੇਸ ਬਦਲ ਕੇ, ਕਿ ਲੋਕ ਸਰਕਾਰ ਬਾਰੇ ਗੱਲਾਂ ਕੀ ਕਰਦੇ ਹੈ, ਉੱਥੋਂ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ। ਤੇ ਫਿਰ ਹੁਣ ਤਾਂ ਜੀ ਸੋਸ਼ਲ ਮੀਡੀਆ ਹੀ ਬੋਲੀ ਜਾਂਦਾ। ਇਸੇ ਤੇ ਸੋਸ਼ਲ ਮੀਡੀਆ ਕਈ ਵਾਰੀ ਦਾਨੇ ਵਾਲੀਆ ਗਲਤ ਵੀ ਬੋਲ ਜਾਂਦਾ, ਬਾਲਾ ਬੋਲ ਜਾਂਦਾ ਹੈ। ਜਿਹੜੀ ਆਮ ਪਬਲਿਕ ਬੋਲਦੀ ਹੈ ਨਾ, ਜਿਨ੍ਹਾਂ ਦੇ ਕੋਲੇ ਮੋਬਾਈਲ ਫੋਨ ਹੈ ਨਹੀਂ, ਸਮਾਰਟ ਫੋਨ ਹੈ ਨਹੀਂ, ਉਹ ਅਸਲ ਦੇ ਵਿੱਚ ਸੱਚੀ ਆਵਾਜ਼ ਹੁੰਦੀ ਹੈ। ਕਿਉਂਕਿ ਜਿੰਨਾ ਪੜ੍ਹਿਆ ਲਿਖਿਆ, ਪੜ੍ਹੇ ਲਿਖੇ ਨਾਲੋਂ ਅਨਪੜ੍ਹ ਬੰਦਾ ਜਿਹੜਾ ਹੈਗਾ ਉਹ ਜ਼ਿਆਦਾ ਇਮਾਨਦਾਰ ਹੁੰਦਾ ਹੈ। ਜਿੰਨਾ ਜ਼ਿਆਦਾ ਪੜ੍ਹਿਆ ਲਿਖਿਆ ਹੋਊਗਾ ਬੰਦਾ, ਵੈਸੇ ਆਪਾਂ ਪੜ੍ਹਾਈ ਲਿਖਾਈ ਦੇ ਖਿਲਾਫ ਨਹੀਂ ਗਏ, ਉਹਦੇ ਵਿੱਚ ਕਿਉਂਕਿ ਉਹਨੂੰ ਫਿਰ ਚੁਸਤੀ ਦਰੁਸਤੀ ਆ ਜਾਂਦੀ ਹੈ। ਉਹ ਬੰਦਾ ਆਪਣੇ ਆਪ ਨੂੰ ਚੁਸਤ ਤਾਂ ਹੁੰਦਾ ਹੀ ਹੈ, ਫਿਰ ਉਹ ਮੌਕੇ ਮੁਤਾਬਕ ਦਰੁਸਤ ਵੀ ਕਰ ਲੈਂਦਾ ਕਿ ਕਿਤੇ ਆਪਾਂ ਕੀ ਕਰਨਾ ਕੀ ਨਹੀਂ ਕਰਨਾ। ਤੇ ਢਿੱਲੋਂ ਸਾਹਿਬ, ਉਹ ਆਪਾਂ ਗੱਲ ਕੀਤੀ ਸੀ ਸੁੰਦਰਤਾ ਮੁਕਾਬਲਿਆਂ ਦੀ। ਜੀ, ਸੁੰਦਰਤਾ ਮੁਕਾਬਲਿਆਂ ਦੇ ਪਿੱਛੇ ਪਰਦੇ 'ਚ ਬਹੁਤ ਕੁਛ ਹੁੰਦਾ ਹੈ। ਲੜਕੀਆਂ ਦਾ ਕਿਵੇਂ ਬ੍ਰੇਨ ਵਾਸ਼ ਕੀਤਾ ਜਾਂਦਾ ਹੈ, ਕਿਵੇਂ ਉਹਨਾਂ ਨੂੰ ਹਵਾ ਦੇ ਵਿੱਚ ਵਿਸ਼ਵ ਸੁੰਦਰੀਆਂ ਬਣਾ ਦਿੱਤਾ ਜਾਂਦਾ, ਤੇ ਕਿਵੇਂ ਲੱਖਾਂ ਕਰੋੜਾਂ ਰੁਪਏ ਦੇ ਉਹਨਾਂ ਨੂੰ ਆਮਦਨ ਦੱਸ ਦਿੱਤੀ ਜਾਂਦੀ। ਜਿਵੇਂ ਆਹ ਮਲਟੀ ਲੈਵਲ ਮਾਰਕੀਟਿੰਗ ਵਾਲੇ ਤੁਹਾਨੂੰ 5 ਮਿੰਟਾਂ ਦੇ ਵਿੱਚ ਹੀ ਕਰੋੜਪਤੀ ਬਣਾ ਦਿੰਦੇ ਆ। ਉਹੋ ਜਿਹੀਆਂ ਗੱਲਾਂ ਕਰਕੇ ਉਹ ਲੜਕੀਆਂ ਉਸ ਜਾਲ ਦੇ ਵਿੱਚ ਹਿਪਨੋਟਾਈਜ਼ ਹੋ ਜਾਂਦੀਆਂ, ਤੇ ਉਹਨਾਂ ਨੂੰ ਜਿਹੜੇ ਇਹ ਕਰਾਉਂਦੇ ਨੇ ਸੁੰਦਰਤਾ ਮੁਕਾਬਲੇ ਕਰਾਉਂਦੇ ਆ। ਹੁਣ ਇੱਕ ਚੈਨਲ ਜਿਹੜਾ ਜਿਹਨੂੰ ਹਿੱਕ ਠੋਕ ਕੇ ਕਹਿੰਦੇ ਸੁਖਬੀਰ ਸਿੰਘ ਬਾਦਲ ਮੇਰਾ ਹੈ, ਕਿਉਂਕਿ ਪਹਿਲਾਂ ਤਾਂ ਨਹੀਂ ਕਹਿੰਦੇ ਸੀ, ਹੁਣ ਕਹਿੰਦੇ ਵੀ ਹਾਂ ਮੇਰਾ ਹੈ, ਉਹਦਾ ਜਿਹੜਾ MD ਵੀ ਜਿਹੜਾ ਹੈ ਹੁਣ ਹਿਰਾਸਤੀ ਪੁੱਛਗਿੱਛ ਲਈ ਲੈ ਲਿਆ। ਦਾਨੇਵਾਲੀਆ ਸਾਹਿਬ, ਜਦੋਂ ਹੁਣ ਇਹ ਖਬਰਾਂ ਆ ਰਹੀਆਂ ਸੋਸ਼ਲ ਮੀਡੀਆ 'ਤੇ ਮਾਮਲਾ ਚੱਲਦਾ, ਤੇ ਸਾਡੇ ਬਹੁਤ ਸਾਰੇ ਜਿਹੜੇ ਹੈਗੇ ਆ ਭੈਣ ਭਰਾ ਬਾਹਰ ਬੈਠੇ ਆ, ਵਿਦੇਸ਼ਾਂ ਦੇ ਵਿੱਚ ਬੈਠੇ ਆ, ਉਹ ਇੱਕ ਗੱਲ 'ਤੇ ਇਤਰਾਜ਼ ਪ੍ਰਗਟ ਕਰਦੇ ਆ। ਉਹ ਕਹਿੰਦੇ ਆ ਵੀ ਕਿੱਥੇ ਹੈਗਾ ਤੁਹਾਡਾ ਮੀਡੀਆ, ਬੋਲਦਾ ਕਿਉਂ ਨਹੀਂ? ਆਪਾਂ ਤਾਂ ਬੋਲੀ ਜਾਂਦੇ, ਮੀਡੀਆ ਬੋਲਦਾ ਕਿਉਂ ਨਹੀਂ? ਮੇਰੇ ਖਿਆਲ ਮੁਤਾਬਕ ਜੇ ਉਹਨਾਂ ਦੇ ਧਿਆਨ ਵਿੱਚ ਹੋਵੇ ਜੀ ਤਾਂ ਉਹ ਕੱਢ ਕੇ ਦੇਖ ਲੈਣ। ਸਭ ਤੋਂ ਪਹਿਲਾਂ ਆਪਾਂ ਬੋਲੇ, ਅਸੀਂ ਬੋਲੇ ਸੀ, ਤੁਸੀਂ ਤਾਂ ਉਦੋਂ ਸੀਗੇ ਚੰਡੀਗੜ੍ਹ, ਦਲਵੀਰ ਬਰਾੜ ਮੇਰੇ ਨਾਲ ਸੀ, ਅਸੀਂ ਉਸ ਦਿਨ ਇਹ ਗੱਲ ਕੀਤੀ ਸੀ ਕਿ ਆਹ ਕੁਛ ਹੋ ਗਿਆ। ਉਦੋਂ ਇਹ ਖਬਰ ਜਿਹੜੀ ਹੈ ਸਿਰਫ ਤੇ ਸਿਰਫ ਹਿੰਦੁਸਤਾਨ ਟਾਈਮਜ਼ ਦੇ ਵਿੱਚ ਲੱਗੀ ਸੀ, ਕਿਸੇ ਅਖਬਾਰ ਨੇ ਖਬਰ ਨਹੀਂ ਚੱਕੀ। ਪਰ ਉਹ FIR ਦੀ ਕਾਪੀ ਆਪਾਂ ਰੇਡੀਓ ਪੰਜਾਬ ਟੁਡੇ ਦੇ ਪੇਜ ਤੇ ਲਾਤੀ ਸੀ। ਉਹ ਮਗਰੋਂ ਜਦੋਂ FIR ਹੋਈ ਹੈ, FIR ਮਗਰੋਂ ਹੁੰਦੀ ਹੈ, ਜਦੋਂ ਮਤਲਬ ਸ਼ੁਰੂ ਦੇ ਵਿੱਚ ਰੇਡ ਹੁੰਦੀ ਹੈ। ਜਿੱਦਣ ਰੇਡ ਹੋਈ ਹੈ, ਰੇਡ ਕਰਕੇ ਉਹ ਲੜਕੀ ਨੂੰ, ਹੁਣ ਹੋਇਆ ਕੀ ਜਦੋਂ ਦੁਬਾਰਾ ਫਿਰ ਮੈਂ ਉਹੀ ਗੱਲ ਰਿਪੀਟ ਕਰਦਾ, ਅਸਲ ਦੇ ਵਿੱਚ ਹੋਇਆ ਕਿ ਉਹ ਜਿਹੜੀ ਲੜਕੀ ਹੈ, ਉਹ ਲੜਕੀ ਸੁੰਦਰਤਾ ਮੁਕਾਬਲੇ ਦੇ ਵਿੱਚ ਗਈ। ਉਹਦੇ ਨਾਲ ਜਦੋਂ ਉਹਨੂੰ ਜਿਸ ਥਾਂ ਦੇ ਉੱਤੇ ਰੱਖਿਆ, ਉਹਦੇ ਨਾਲ ਕੁਛ ਇਸ ਕਿਸਮ ਦਾ ਵਿਵਹਾਰ ਹੋਇਆ ਜਿਹੜਾ ਨਾਕਾਬਲੇ ਬਰਦਾਸ਼ਤ ਸੀ। ਕਿਹੋ ਜਿਹਾ ਵਿਵਹਾਰ ਹੋਇਆ, ਮੈਂ ਉਹਨਾਂ ਦੇ ਵਕੀਲ ਨੂੰ ਸੁਣਿਆ, ਮਿਸਟਰ ਕੌੜਾ ਹੈ ਉਹਨਾਂ ਦੇ ਵਕੀਲ, ਬਲਜੀਤ ਸਿੰਘ ਕੌੜਾ ਹੈ, ਉਹਨਾਂ ਨੂੰ ਮੈਂ ਸੁਣਿਆ, ਉਹ ਕਹਿੰਦਾ ਵੀ ਮੈਂ ਉਹ ਵਿਵਹਾਰ ਦਾ ਜ਼ਿਕਰ ਨਹੀਂ ਕਰ ਸਕਦਾ ਕਿਉਂਕਿ ਮੈਂ ਵੀ ਧੀ ਦਾ ਪਿਓ। ਅਸੀਂ ਸਾਰੇ ਧੀਆਂ ਭੈਣਾਂ ਵਾਲੇ ਹਾਂ, ਅਸੀਂ ਔਨ ਏਅਰ ਇਹੋ ਜਿਹਾ ਕੁਛ ਨਹੀਂ ਕਰਕੇ ਉਹਨਾਂ ਲੜਕੀਆਂ ਦੇ ਨਾਲ ਕੀ ਹੁੰਦਾ ਸੀ। ਜਦੋਂ ਉਸ ਲੜਕੀ ਦੇ ਨਾਲ ਮਿਸਬਿਹੇਵ ਹੋਇਆ, ਉਸ ਲੜਕੀ ਨੇ ਦੁਖੀ ਸੁਖੀ ਹੋ ਕੇ ਆਪਣੇ ਫਾਦਰ ਨੂੰ ਫੋਨ ਕਰਤਾ ਜੀ। ਵਕੀਲ ਸਾਹਿਬ ਕਹਿੰਦੇ ਵੀ ਉਹਦੇ ਫਾਦਰ ਮੇਰੇ ਪੁਰਾਣੇ ਕਲਾਇੰਟ ਸੀ, ਉਹ ਮੇਰੇ ਕੋਲੇ ਆਏ, ਸ਼ਾਮ ਦੇ ਟਾਈਮ ਆਏ ਜੀ। ਉਹਨਾਂ ਨੇ ਆ ਕੇ ਕਿਹਾ ਜੀ ਵਕੀਲ ਸਾਹਿਬ ਕੀ ਕਰੀਏ? ਕਹਿੰਦਾ ਮੈਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲੇ ਕੋਈ ਚਾਰਾ ਨਹੀਂ, ਆਪਣੇ ਕੋਲੇ ਆਪਾਂ ਹੈਵੀਅਸ ਕਾਰਪਸ ਪਟੀਸ਼ਨ ਪਾ ਲਈਏ। ਪੁਲਿਸ ਨੇ ਤਾਂ ਸੁਣਨੀ ਨਹੀਂ। ਹਾਂ, ਉਹ ਕਹਿੰਦੇ ਵੀ ਇਮੀਡੀਏਟ ਅਸੀਂ ਹੈਵੀਅਸ ਕਾਰਪਸ ਪਟੀਸ਼ਨ ਪਾਏ। ਵਕੀਲ ਸਾਹਿਬ ਕਹਿੰਦੇ ਹੈ ਉਸ ਹੈਵੀਅਸ ਕਾਰਪਸ ਜਿਹੜੀ ਹੈ ਪਟੀਸ਼ਨ ਤੇ ਮਾਨਯੋਗ ਜੱਜ ਸਾਹਿਬ ਨੇ ਵਾਰੰਟ ਅਫਸਰ ਨਿਯੁਕਤ ਕਰਤਾ। ਵਾਰੰਟ ਅਫਸਰ ਜਦੋਂ ਉਸ ਪ੍ਰੈਮਿਸਿਸ ਦੇ ਵਿੱਚ ਆਇਆ, ਪਹਿਲਾਂ ਹੋਟਲ ਦੇ ਵਿੱਚ ਆਇਆ, ਤੇ ਹੋਟਲ ਦੇ ਵਿੱਚ ਕੋਈ ਕੁੜੀ ਉਹਨੂੰ ਨਹੀਂ ਮਿਲੀ। ਦੂਜਾ ਟਿਕਾਣਾ ਜਿਹੜਾ ਦੱਸਿਆ ਸੀ ਪ੍ਰੈਮਿਸਿਸ, ਉਹ ਉੱਥੇ ਗਿਆ। ਉੱਥੇ ਜਾ ਕੇ ਉਹਦੇ ਪੈਰ ਨਹੀਂ ਲੱਗਣ ਦਿੱਤੇ। ਵਾਰੰਟ ਅਫਸਰ ਨੂੰ ਕਹਿੰਦੇ ਤੂੰ ਕੌਣ? ਕਿਹਾ ਕਿਉਂਕਿ ਵੱਡੇ ਬੰਦੇ ਆ, ਉਹਨਾਂ ਬਾਰੇ ਤਾਂ ਸੋਚ ਵੀ ਨਹੀਂ ਸਕਦਾ ਕੋਈ ਕਿ ਉਹਨਾਂ ਦੇ ਘਰ ਝਾਕ ਵੀ ਪਊਗਾ, ਉਹਨਾਂ ਵੱਲ ਕੋਈ ਦੇਖ ਵੀ ਪਊਗਾ ਪੁਲਿਸ ਵਾਲਾ। ਵੱਡੇ ਬੰਦੇ ਨਹੀਂ। ਉਹ ਕਹਿੰਦਾ ਕੋਈ ਮੈਂ ਐਰਾ ਗੈਰਾ ਨੱਥੂ ਖੈਰਾ ਨਹੀਂ, ਮੈਨੂੰ ਵਾਰੰਟ ਅਫਸਰ ਮਾਨਯੋਗ ਜੱਜ ਸਾਹਿਬ ਨੇ ਹਾਈ ਕੋਰਟ ਨੇ ਕੀਤਾ, ਨਿਯੁਕਤ ਕੀਤਾ। ਮੈਂ ਤੁਸੀਂ ਕਰਦੇ ਕਿਉਂ? ਨਾਲ ਸ਼ਾਇਦ ਇੱਕ ਦੋ ਉਹਨਾਂ ਦੇ ਨਾਲ ਪੁਲਿਸ ਵਾਲੇ ਵੀ ਸੀ, ਉਹਨਾਂ ਨੇ ਲੋਕਲ ਥਾਣੇ 'ਚ ਲਈ ਹੋਈ। ਫਿਰ ਉਹ ਲੜਕੀ ਜਿਹੜੀ ਹੈਗੀ ਆ ਉਹਦੇ ਸਾਹਮਣੇ ਆਉਂਦੀ ਹੈ,
ਉਹ ਲੜਕੀ ਨੇ ਕਿਹਾ ਜੀ ਆ ਸਾਨੂੰ ਇੱਕ ਪੀਣ ਵਾਲਾ ਪਾਣੀ ਦਿੰਦੇ ਆ ਬੋਤਲਾਂ, ਤੇ ਇਹ ਪਾਣੀ ਦੇ ਵਿੱਚ ਕੁਛ ਇਹੋ ਜਿਹੀ ਚੀਜ਼ ਪਾਈ ਹੈ ਜਿਹਦੇ ਨਾਲ ਬੰਦੇ ਦੀ ਵਾਸ਼ਨਾ ਵੱਧਦੀ ਹੈ। ਇਹੋ ਜਿਹਾ ਕੁਛ ਕੀਤਾ ਕਰਾਇਆ, ਤੁਸੀਂ ਇਹ ਲਓ, ਇਹਨੂੰ ਕਾਬੂ ਕਰ ਲਓ। ਚਲੋ ਉਹਨੇ ਸਾਰਾ ਕੁਛ ਕੀਤਾ ਕਰਾ। ਇੱਕ ਹੁਣ ਮੈਂ ਰਵਿੰਦਰ ਨਾਰਾਇਣ ਦੀ ਇੱਕ ਇੰਟਰਵਿਊ ਸੁਣੀ ਸੀ, ਉਹ ਕਹਿੰਦਾ ਵੀ ਹੋਰ ਕੋਈ ਲੜਕੀ ਕਹੇ, ਹੋਰ ਕੋਈ ਲੜਕੀ ਬੋਲਦੀ ਨਹੀਂ, ਇਕੱਲੀ ਉਹੀ ਬੋਲਦੀ ਹੈ, ਉਹੀ ਕਹਿੰਦੀ ਹੈ। ਬਿਸਲ ਬਲੋਅਰ ਤਾਂ ਇੱਕ ਹੀ ਹੁੰਦਾ। ਨਹੀਂ ਬਿਸਲ ਬਲੋਅਰ ਨਹੀਂ ਜੀ, ਬਰੰਟ ਅਫਸਰ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਕਿ ਇੱਕ ਹੋਰ ਕੁੜੀ ਨੇ ਸਪੋਰਟ ਕੀਤਾ ਉਸ ਲੜਕੀ ਦੀ ਗੱਲ ਜੀ। ਜਿਹੜੀ ਗੱਲ ਉਸ ਕੁੜੀ ਨੇ ਕਹੀ ਹੈ, ਲਓ ਮਾਮਲਾ ਜਦੋਂ ਚਲਾ ਗਿਆ ਅਦਾਲਤ ਦੇ ਵਿੱਚ, ਜੱਜ ਸਾਹਿਬ ਦੇ ਕੋਲ ਗਿਆ ਵੀ ਕੀ ਹੈ, ਜੱਜ ਸਾਹਿਬ ਕਹਿੰਦੇ ਵੀ ਗੱਲ ਇਹ ਹੈ ਵੀ ਸਾਡਾ ਕੰਮ ਸੀ ਇਹ ਲੜਕੀ ਨੂੰ ਰਿਹਾ ਕਰਾਉਣਾ ਔਰ ਕਰਵਾਤਾ। ਇਹ ਕੰਮ ਗਿਆ ਹੈਬੀਅਸ ਕਾਰਪਸ ਪਟੀਸ਼ਨ ਦੇ ਖਤਮ ਗਿਆ। ਤੁਹਾਨੂੰ ਲਿਬਰਟੀ ਹੈਗੀ ਹੈ, ਤੁਸੀਂ ਆਪਣੀ ਕਾਨੂੰਨੀ ਕਾਰਵਾਈ ਕਰੋ। ਉਹ ਕਹਿੰਦੇ ਜੀ ਫਿਰ ਅਸੀਂ ਜਿਹੜੀ ਹੈਗੀ ਬਕਾਇਦਾ ਇੱਕ ਐਪਲੀਕੇਸ਼ਨ ਬਣਾਈ, ਐਪਲੀਕੇਸ਼ਨ ਬਣਾ ਕੇ ਅਸੀਂ ਐਸਐਸਪੀ ਨੂੰ ਦਿੱਤੀ। ਐਸਐਸਪੀ ਨੇ ਉਹ ਐਪਲੀਕੇਸ਼ਨ ਜਿਹੜੀ ਹੈਗੀ ਉਹ ਮਾਰਕ ਕੀਤੀ ਥਾਣੇ ਨੂੰ ਜੀ, ਜਿਹੜਾ ਵੂਮਨ ਥਾਣਾ, ਤੇ ਉੱਥੇ FIR ਦਰਜ ਹੋ ਗਈ। FIR ਤਾਂ ਦਰਜ ਹੋ ਗਈ, ਲੇਕਿਨ FIR ਦਰਜ ਹੋਣ ਤੋਂ ਬਾਅਦ ਤਫਤੀਸ਼ ਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਬਹੁਤ ਜ਼ਿਆਦਾ ਰਹਿ ਗਈਆਂ। ਪਹਿਲੀ ਗੱਲ ਤਾਂ ਇਹ ਹੈ ਕਿ ਉਸ ਵੇਲੇ ਜਦੋਂ ਉਹ ਕੁੜੀ ਨੇ ਇਹ ਗੱਲ ਕਹੀ ਤੇ ਦੂਜੀ ਕੁੜੀ ਨੇ ਸਪੋਰਟ ਕੀਤਾ ਕਿ ਉਹਨਾਂ ਦੇ ਵਾਸ਼ਰੂਮਾਂ ਦੇ ਵਿੱਚ ਵੀ CCTV ਕੈਮਰੇ ਲੱਗੇ ਹੋਏ, ਗੁਪਤ ਕੈਮਰੇ ਲੱਗੇ ਹੋਏ। ਜਦੋਂ ਲੜਕੀ ਨੇ ਆਪਣੀ ਸਟੇਟਮੈਂਟ ਦੇ ਵਿੱਚ ਇਹ ਗੱਲ ਲਿਖਾਤੀ ਸੀ, ਐਪਲੀਕੇਸ਼ਨ ਦੇ ਵਿੱਚ ਲਿਖਾਤੀ ਸੀ, ਉਹ ਕਮਰੇ ਸੀਲ ਕਿਉਂ ਨਹੀਂ ਕੀਤੇ ਗਏ? ਤੁਰੰਤ ਕਰਨੇ ਚਾਹੀਦੇ। ਉਹ ਨਾਲ ਦੀ ਨਾਲ DVR ਨਾਲ ਦੀ ਨਾਲ ਕਿਉਂ ਨਹੀਂ, ਮਤਲਬ ਜਿਹੜਾ ਹੈਗਾ ਕੰਟਰੋਲ ਕਿਉਂ ਨਹੀਂ ਕੀਤਾ ਗਿਆ? ਬਾਅਦ ਦੇ ਵਿੱਚ ਕੀ ਹੁੰਦਾ ਕਿ ਜਦੋਂ ਕਰ ਲਿਆ ਸਾਰਾ ਕੁਝ, ਜਿਵੇਂ ਹੁੰਦਾ ਵੀ ਹੁਣ ਆਹ ਚੀਜ਼ ਵੀ ਚਾਹੀਦੀ, ਆਹ ਚੀਜ਼ ਤੁਸੀਂ ਜੀ ਆਹ ਲੈ ਆਓ ਜੀ, ਤੁਸੀਂ ਜੀ ਸ਼ਾਮਲ ਤਫਤੀਸ਼ ਹੋ ਜਾਓ ਜੀ, ਤੁਸੀਂ ਜੀ ਆ ਜਾਓ। ਨੈਂਸੀ ਘੁੰਮਣ, ਭੁਪਿੰਦਰ ਸਿੰਘ, ਇਹ ਜਿਹੜੇ ਹੈਗੇ ਆ, ਇਹ ਦੋ ਬੰਦੇ ਇਹੋ ਜਿਹੇ ਸੀ ਜਿਨ੍ਹਾਂ ਦੇ ਨਾਮ ਆਉਂਦੇ ਸੀ, ਇਹ ਤਾਂ ਅੰਡਰਗਰਾਊਂਡ ਹੋ ਗਏ। ਨੈਂਸੀ ਨੇ ਜਿਹੜੀ ਹੈਗੀ ਆ ਆਪਣੀ ਜਿਹੜੀ ਬੇਲ ਐਪਲੀਕੇਸ਼ਨ ਪਾਤੀ ਐਂਟੀਸਪੇਟਰੀ, ਉਹ ਪਾਤੀ ਸੈਸ਼ਨ ਕੋਰਟ ਦੇ ਵਿੱਚ। ਸੈਸ਼ਨ ਕੋਰਟ ਨੇ ਸੁਣਿਆ, ਉਹਨੇ ਆਪਣੇ ਆਪ ਨੂੰ ਕਿਹਾ ਮੈਂ ਬੇਗੁਨਾਹ ਹੈ, ਮੇਰਾ ਲਾਗਾ ਦੇ ਗਈ ਨਹੀਂ ਇਹਦੇ ਨਾਲ ਕੋਈ, ਅਸੀਂ ਤਾਂ ਆਪਦਾ ਕੰਮ ਕਰਦੇ ਜੀ, ਮੈਂ ਤਾਂ ਪ੍ਰਮੋਟਰ ਹਾਂ, ਐਸੀ ਕੋਈ ਗੱਲ ਹੀ ਹੈ ਨਹੀਂ। ਮਾਨਯੋਗ ਜੱਜ ਸਾਹਿਬ ਨੇ ਸੁਣਿਆ ਸਾਰਾ ਕੁਛ, ਤੇ ਨਾਲ ਹੀ ਜਿਹੜੇ ਹੈਗੇ ਹੈ ਵਕੀਲ ਸਾਹਿਬ ਨੇ ਕਹਿਤਾ ਵੀ ਜੱਜ ਸਾਹਿਬਾਂ ਨੂੰ ਕਿ ਤੁਸੀਂ ਜੀ ਇੱਦਾਂ ਕਰੋ, ਬਾਕੀ ਗੱਲ ਛੱਡ ਦਿਓ, ਵਾਰੰਟ ਅਫਸਰ ਦੀ ਰਿਪੋਰਟ ਪੜ੍ਹ ਲਓ। ਵਾਰੰਟ ਅਫਸਰ ਨੇ ਕੀ ਕਿਹਾ, ਉਹਨੇ ਵਾਰੰਟ ਅਫਸਰ ਦੀ ਰਿਪੋਰਟ ਪੜ੍ਹੀ, ਉਹਨੂੰ ਰਿਜ਼ਰਵ ਰੱਖ ਲਿਆ। ਰਿਜ਼ਰਵ ਰੱਖਣ ਤੋਂ ਬਾਅਦ ਜਿਹੜਾ ਫਿਰ ਉਹਨਾਂ ਨੇ ਫੈਸਲਾ ਸੁਣਾਇਆ, ਉਹਦੀ ਵੇਲ ਐਪਲੀਕੇਸ਼ਨ ਰਿਜੈਕਟ ਕੀਤੀ ਹੈ, ਇੱਕ ਇੱਕ ਅੱਖਰ ਉਹਦਾ ਪੜ੍ਹਨ ਵਾਲਾ ਜੀ। ਉਹਦੇ ਵਿੱਚ ਉਹਨੇ ਕਿਹਾ ਕਿ ਐਡਾ ਵੱਡਾ ਆਹ ਕੁਛ ਹੋਈ ਜਾਂਦਾ, ਐਡੇ ਵੱਡੇ ਲੋਕ ਆਹ ਕੁਛ ਕਰੀ ਜਾਂਦੇ। ਲਓ ਜੀ, ਉਹ ਜਿਹੜੀ ਹੈਗੀ ਹੈ ਉਹਦੀ ਬੇਲ ਐਪਲੀਕੇਸ਼ਨ ਰਿਜੈਕਟ ਹੋ ਗਈ, ਉਹ ਅੰਡਰਗਰਾਊਂਡ ਹੈ ਹਾਲੇ ਤੱਕ। ਇਸੇ ਸਮੇਂ ਦੌਰਾਨ ਰਵਿੰਦਰ ਨਾਰਾਇਣ ਨੂੰ, RN ਨੂੰ ਕਹਿੰਦੇ ਤੁਸੀਂ ਜੀ ਆਓ, ਤੁਸੀਂ ਜੀ ਆਓ। ਫਿਰ ਕਾਫੀਆਂ ਸ਼ੇਅਰ ਹੁੰਦੀਆਂ, ਉਹ ਉਹਨਾਂ ਕੋਲੇ ਜਾਂਦੇ, ਉਹ ਉਹਨਾਂ ਨੂੰ ਕਾਫੀ ਪਿਆਉਂਦੇ, ਉਹਨਾਂ ਨੂੰ ਕਾਫੀ ਪਿਆਉਂਦੇ। ਤੁਸੀਂ ਜੀ ਸਾਨੂੰ ਆਹ ਚੀਜ਼ ਦੇ ਦਿਓ, ਉਹ ਕਹਿੰਦੇ ਆ ਲਓ ਜੀ। DVR ਦੇ ਦਿਓ, DVR 'ਚ ਕਿੰਨੀ ਕੁ ਛੇੜਛਾੜ ਕੀਤੀ ਆ, ਉਹ ਦੇਤੀ ਉਹਨਾਂ ਨੇ, ਆਪਦੀ ਮਰਜ਼ੀ ਨਾਲ ਦੇ ਗਏ। ਐਡਾ ਗੰਭੀਰ ਅਪਰਾਧ ਹੋਵੇ ਤੇ ਤੁਸੀਂ ਜੀ ਕਰਦੇ ਫਿਰੋ, ਇਹ ਇੱਕ ਬਹੁਤ ਵੱਡੀ ਹੈ। ਔਰ ਇੱਥੋਂ ਤੁਸੀਂ ਦੇਖੋ ਕਿ ਹੌਸਲਾ ਕਿੱਡਾ ਬੁਲੰਦ ਹੋ ਗਿਆ। ਰਵਿੰਦਰ ਨਾਰਾਇਣ ਮੁੜ ਕੇ TV ਚੈਨਲਾਂ ਦੇ ਉੱਤੇ ਆ ਕੇ ਇੰਟਰਵਿਊ ਦੇ ਰਿਹਾ, ਕਹਿੰਦਾ ਆਹ ਗੱਲ ਕਰੋ, ਆਹ ਕਰੋ, ਮਤਲਬ ਜਿਸ ਤਰ੍ਹਾਂ ਇੱਕ ਥਾਣੇਦਾਰ ਬੋਲਦਾ ਹੁੰਦਾ, ਐਂ ਬੋਲਦਾ ਸੀ। ਮੁਲਜ਼ਮ ਵਾਲੀ ਗੱਲ ਨਹੀਂ ਵੀ ਸਾਡੇ ਕੋਲ ਝਾਕੂ ਕੌਣ। ਇਹ ਤਾਂ ਹੁਣ ਰੌਲਾ ਗੌਲਾ ਇੰਨਾ ਜ਼ਿਆਦਾ ਪੈ ਗਿਆ ਕਿ ਉਹਨਾਂ ਨੂੰ ਕੁਝ ਕਰਨਾ ਪੈ ਗਿਆ। ਤੇ ਹੁਣ ਕਿਉਂਕਿ ਸਾਰੇ ਪਾਸੇ ਤੋਏ ਹੋਣ ਲੱਗ ਗਈ ਜੀ, ਤਾਂ ਅੱਜ ਰਵਿੰਦਰ ਨਾਰਾਇਣ ਨੂੰ ਕਹਿੰਦੇ ਆ ਜੀ ਗੁੜਗਾਉਂ ਵਾਲੇ ਘਰ ਤੋਂ ਉਹਦੇ ਚੋਂ ਹਿਰਾਸਤ 'ਚ ਲੈ ਲਿਆ। ਅਜੇ ਤੱਕ ਮੇਰਾ ਖਿਆਲ ਹੈ ਵੀ ਗ੍ਰਿਫਤਾਰੀ ਪਤਾ ਨਹੀਂ ਪਾਉਣੀ, ਕਿ ਸ਼ਾਇਦ ਸ਼ਾਮ ਨੂੰ ਪਾ ਦੇਣ, ਦੇਰ ਰਾਤ ਪਾ ਦੇਣ, ਕੱਲ ਨੂੰ ਪੇਸ਼ ਕਰਨਗੇ ਜੇ ਉਹਨਾਂ ਨੇ ਕਰਨਾ ਹੋਇਆ ਤਾਂ। ਕਹਿੰਦੇ ਜੀ ਹੁਣ ਉਹ ਪੁੱਛਗਿੱਛ ਕਰਨੀ ਹੈ। PTC ਦਾ ਇਹਦੇ ਤੇ ਪ੍ਰਤੀਕਰਮ ਆ ਗਿਆ। ਕਹਿੰਦੇ ਜੀ ਜਦੋਂ ਸਾਡਾ ਬੰਦਾ ਸ਼ਾਮਲ ਤਫਤੀਸ਼ ਹੋ ਹੀ ਗਿਆ, ਜੋ ਉਹਨੂੰ ਪੁੱਛਦਾ ਸੀ, ਜੋ ਸਮਾਨ ਕਹਿੰਦੇ ਸੀ ਦੇ ਗਿਆ ਸੀ, ਤੇ ਉਹਨੂੰ ਗ੍ਰਿਫਤਾਰ ਕਰਨ ਦੀ ਕੀ ਲੋੜ ਸੀ? ਹਿਰਾਸਤ 'ਚ ਲੈਣ ਦੀ ਕੀ ਲੋੜ ਸੀ? ਆਪ ਵਕੀਲ ਬਣ ਗਏ, ਗ੍ਰਿਫਤਾਰ ਕਰਨ ਦੀ ਲੋੜ ਨਹੀਂ, ਹਿਰਾਸਤ 'ਚ ਲੈਣ ਦੀ ਕੀ ਲੋੜ ਸੀ? ਉਹਨੂੰ ਹਿਰਾਸਤ ਕਿਉਂ ਲੈ? ਜਦੋਂ ਕਿਸੇ ਬੰਦੇ ਨੂੰ ਹਿਰਾਸਤ ਵਿੱਚ ਲੈਂਦੇ ਆ, ਉਹਦਾ ਮਤਲਬ ਕੀ ਹੁੰਦਾ ਹੈ? ਜਦੋਂ ਐਂਟੀਸਪੇਟਰੀ ਬੇਲ ਮਿਲਦੀ ਹੈ ਬੰਦੇ ਨੂੰ, ਤੇ ਅਦਾਲਤ ਕਹਿੰਦੀ ਹੈ ਵੀ ਭਾਈ ਤੂੰ ਕੋਆਪਰੇਟ ਕਰੇਗਾ ਪੁਲਿਸ। ਬੰਦਾ ਪੁਲਿਸ ਨੂੰ ਕੋਆਪਰੇਟ ਨਹੀਂ ਕਰਦਾ, ਫਿਰ ਪੁਲਿਸ ਦੁਬਾਰਾ ਆਉਂਦੀ ਹੈ ਜੀ ਇਹ ਬੰਦਾ ਸਾਨੂੰ ਕੋਆਪਰੇਟ ਨਹੀਂ ਕਰਦਾ, ਇਹਦੀ ਅਦਾਲਤੀ ਹਿਰਾਸਤ ਜ਼ਰੂਰੀ ਹੈ ਤਹਿਕੀਕਾਤ ਕਰਨ ਵਾਸਤੇ। ਜੇ ਉਹਨਾਂ ਨੇ ਨਹੀਂ ਫੜਿਆ ਪਹਿਲਾਂ, ਇਹ ਉਹਨਾਂ ਦੀ, ਕਿਉਂਕਿ ਵੱਡੇ ਬੰਦੇ ਨਾ ਜੁੜੇ ਹੋਏ ਆ ਉਹਦੇ 'ਚ ਤਾਂ ਗੱਲ ਦਾਨੇ ਵਾਲੀ ਸਭ ਇੱਥੋਂ ਤੱਕ ਵੀ ਆ ਗਈ। ਉਹ ਕਹਿੰਦੇ ਜੀ ਬਹੁਤ ਮਹੱਤਵਪੂਰਨ ਵਿਅਕਤੀ ਇਹਦੇ ਨਾਲ ਜੁੜੇ ਹੋਏ ਹੈ, ਚੈਨਲ ਨਾਲ ਨਹੀਂ, ਇਸ ਧੰਦੇ ਨਾਲ ਮਹੱਤਵਪੂਰਨ ਜੁੜੇ ਹੋਏ। ਹੁਣ ਇਹ ਤੋਂ ਬਾਅਦ ਜੇ ਇਹਨੂੰ ਇੰਟੈਰੋਗੇਸ਼ਨ ਹੁੰਦੀ ਕਿਹੋ ਜੀ ਹੈ? ਜੇ ਤਾਂ ਉਹੀ ਕਾਫੀਆਂ ਨਾਲ ਹੀ ਹੋਣੀ ਹੈ, ਫਿਰ ਤਾਂ ਕੁਝ ਨਹੀਂ ਨਿਕਲਦਾ। ਤੇ ਜੇ ਪਰ ਜੇ ਮੋਗਾ ਸੈਕਸ ਸਕੈਂਡਲ ਵਾਂਗੂ ਕੰਮ ਚੱਲ ਪਿਆ, ਮੋਗਾ ਸੈਕਸ ਸਕੈਂਡਲ ਵਾਲਾ ਕੰਮ ਵੀ ਇਸ ਕਰਕੇ ਸੀ ਕਿਉਂਕਿ ਉਹਦੀ ਜਿਹੜੀ ਹੈਗੀ ਹੈ ਸਕਰੀਨਿੰਗ, ਜਿਹੜੀ ਹੈਗੀ ਉਹਦੀ ਜਿਹੜੀ ਹੈ ਨਿਗਰਾਨੀ ਖੁਦ ਕੋਰਟ ਕਰ ਰਹੀ ਸੀ। ਔਰ ਉਹਨਾਂ ਨੇ ਪੰਜਾਬ ਪੁਲਿਸ ਤੋਂ ਲੈ ਕੇ ਮਾਮਲਾ CBI ਨੂੰ ਦਿੱਤਾ। ਉਹ ਵੀ ਮੇਰੀ ਰਿਪੋਰਟ ਤੇ ਹੋਈ ਸੀ।
ਮੋਗਾ ਸੈਕਸ ਹਾਂ, ਸਕੈਂਡਲ ਬਿਲਕੁਲ। ਵਾਲੀ ਗੱਲ ਉਹ ਮੇਰੀ ਰਿਪੋਰਟ ਤੇ ਜਿਹੜੀ ਹੈ ਉਹਦਾ ਨੋਟਿਸ ਲਿਆ ਸੀ ਜਸਟਿਸ ਮਹਿਤਾਬ ਸਿੰਘ ਗਿੱਲ ਹੋਰਾਂ ਨੇ ਉਹ ਤੇ ਕੀਤਾ ਸੀ ਜੀ। ਤੇ ਮਜੀਠੀਆ ਸਾਹਿਬ ਬੜੀਆਂ ਆਏ ਸੀ ਮੁੱਛਾਂ ਮਾਛਾਂ ਜਦੋਂ ਹੋਏ, ਤੇ ਹੁਣ ਕਹਿੰਦੇ ਉਹਨਾਂ ਦੀ ਨਿਆਇਕ ਹਿਰਾਸਤ ਵਧੀ ਜਾਂਦੀ ਹੈ। ਤੇ ਦੇਖੋ ਨਿਆਇਕ ਹਿਰਾਸਤ ਤਾਂ ਜਿਹੜੀ ਦਾਨੇਵਾਲੀਆ ਸਾਹਿਬ ਉਹ ਵੱਧ ਜਾਂਦੀ ਹੁੰਦੀ ਹੈ ਕਿਉਂਕਿ 14 ਦਿਨਾਂ ਬਾਅਦ ਜਿਹੜੀ ਹੈ 2 ਹਫ਼ਤਿਆਂ ਬਾਅਦ ਨਿਆਇਕ ਹਿਰਾਸਤ ਵਧਣੀ ਹੁੰਦੀ ਹੈ, ਜਿੰਨੀ ਦੇਰ ਜ਼ਮਾਨਤ ਨਹੀਂ ਹੁੰਦੀ। ਮਜੀਠੀਆ ਸਾਹਿਬ ਨੇ ਕੋਸ਼ਿਸ਼ ਕੀਤੀ ਸੀਗੀ ਐਂਟੀਸਪੇਟਰੀ ਬੇਲ ਲੈਣ ਦੀ, ਲੋਅਰ ਕੋਰਟ ਚੋਂ, ਫਿਰ ਹਾਈ ਕੋਰਟ ਚੋਂ, ਫਿਰ ਸੁਪਰੀਮ ਕੋਰਟ ਚੋਂ ਉਹਨਾਂ ਨੂੰ ਐਂਟੀਸਪੇਟਰੀ ਬੇਲ ਨਹੀਂ ਸੀ ਮਿਲੀ। ਸੁਪਰੀਮ ਕੋਰਟ ਦੇ ਵਿੱਚੋਂ ਉਹਨਾਂ ਨੂੰ ਇੰਨੀ ਕੁ ਰਾਹਤ ਮਿਲ ਗਈ ਸੀ ਕਿ ਇਲੈਕਸ਼ਨ ਤੁਸੀਂ ਆਪਣਾ ਲੜ ਲਓ ਤੇ ਇਲੈਕਸ਼ਨ ਤੋਂ ਬਾਅਦ ਤੁਸੀਂ ਸਰੈਂਡਰ ਕਰ ਦਿਓ। ਉਹਨਾਂ ਨੇ ਸਰੈਂਡਰ ਕਰਤਾ। ਸਰੈਂਡਰ ਕਰਨ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਕਿ ਧਰਾਵਾਂ ਇਹੋ ਜਿਹੀਆਂ ਮੇਰੇ ਤੇ ਲੱਗੀਆਂ ਭਾਈ, ਤੇ ਹੁਣੇ ਮੇਰੀ ਜਿਹੜੀ ਹੈ ਬੇਲ ਉੱਤੇ ਨਹੀਂ, ਉਹਨੀ ਰੈਗੂਲਰ ਬੇਲ ਉਹਨਾਂ ਨੇ ਲਾ ਕੇ ਜੀ ਜੀ ਜੀ। ਜਦੋਂ ਪਹਿਲੇ ਦਿਨ ਆਏ ਤੇ ਉਦੋਂ ਤਾਂ ਅਜੇ ਤੱਕ ਰਿਜ਼ਲਟ ਨਹੀਂ ਆਇਆ ਸੀ। ਉਦੋਂ ਪੁਲਿਸ ਵਾਲਿਆਂ ਨੂੰ ਭਰਾਵਾਂ ਨੂੰ ਵੀ ਇਹ ਲੱਗਦਾ ਸੀ ਵੀ ਸ਼ਾਇਦ ਕਿਤੇ ਸਰਕਾਰ ਨੇ ਇਹਨਾਂ ਦੀ ਬਣ ਜੇ। ਤੇ ਉਹ ਤਾਂ ਫਿਰ ਉੱਤੇ ਉਹਨੂੰ ਲਗਜ਼ਰੀ ਗੱਡੀ ਦੇ ਵਿੱਚ ਲੈ ਕੇ ਆਏ ਸੀ। ਹਾਂਜੀ। ਕੱਲ ਉਹਨਾਂ ਦੀ ਜਦੋਂ ਪੇਸ਼ੀ ਸੀ ਤੇ ਕੱਲ ਉਹਨਾਂ ਨੇ ਜੇਲ੍ਹ 'ਚੋਂ ਪੇਸ਼ੀ ਭੁਗਤੀ ਹੈ। ਅੱਛਾ, ਵਰਚੁਅਲ ਭੁਗਤੀ ਹੈ, ਉੱਥੋਂ ਜੇਲ੍ਹ ਦੇ ਵਿੱਚੋਂ ਪੇਸ਼ੀ ਭੁਗਤੀ ਉਹਨਾਂ ਨੇ ਉਹਦੇ ਨਾਲ ਹੀ। ਪਰ ਕੱਲ ਇੱਕ ਗੱਲ ਨਵੀਂ ਹੋਈ ਹੈ, ਇੱਕ ਐਪਲੀਕੇਸ਼ਨ ਦਾਇਰ ਕੀਤੀ ਉਹਨਾਂ ਨੇ ਜੀ। ਉਹਨਾਂ ਦੇ ਵਕੀਲਾਂ ਨੇ ਐਪਲੀਕੇਸ਼ਨ ਦਾਇਰ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਬੜੇ ਗੰਭੀਰ ਤੇ ਸੰਗੀਨ ਇਲਜ਼ਾਮ ਲਾਏ। ਅੱਛਾ ਜੀ। ਉਹ ਇਲਜ਼ਾਮ ਇਹ ਹੈ, ਉਹ ਕਹਿੰਦੇ ਜੀ ਵੀ ਮਜੀਠੀਆ ਸਾਹਿਬ ਦੀ ਜਾਨ ਨੂੰ ਖਤਰਾ ਜੇਲ੍ਹ ਦੇ ਵਿੱਚ, ਔਰ ਉਹਨਾਂ ਨੂੰ ਉਹਨਾਂ ਦੀ ਪੁਰਾਣੀ ਬੈਰਕ ਦੇ ਵਿੱਚ ਹੀ ਲੈ ਕੇ ਜਾਇਆ ਜਾਵੇ। ਉਹ ਪੁਰਾਣੀ ਬੈਰਕ ਮੇਰਾ ਖਿਆਲ ਉਹੀ ਹੈ ਐਮਪੀ ਰਹਾ। ਹੁਣ ਉਹ ਅਗਲੀ ਕੀ ਗੱਲ ਕਹਿੰਦੇ ਹੈ, ਉਹਨਾਂ ਨੇ ਕੱਲ ਜਿਹੜੀਆਂ ਗੱਲਾਂ ਕਹੀਆਂ ਉਹ ਬੜੀਆਂ ਖਤਰਨਾਕ ਗੱਲਾਂ ਹੈ। ਉਹ ਕਹਿੰਦੇ ਵੀ ਜੇਲ੍ਹ ਮੰਤਰੀ ਹਰਜੋਤ ਸਿੰਘ ਹੁਣੀ ਆਉਂਦੇ ਹੈ ਜੇਲ੍ਹ 'ਚ ਜਦੋਂ ਜੇਲ੍ਹ 'ਚ ਆਉਂਦੇ ਹੈ ਤੇ ਸਿੱਧੇ ਮਜੀਠੀਆ ਸਾਹਿਬ ਦੀ ਜਿਹੜੀ ਹੈਗੀ ਬੈਰਕ ਦੇ ਵਿੱਚ ਜਾਂਦੇ, ਤੁਸੀਂ ਜਾ ਕੇ ਕਹਿੰਦੇ ਤਲਾਸ਼ੀ ਲਓ, ਉਹਦੀ ਤਲਾਸ਼ੀ ਲਈ ਜਾਂਦੀ ਹੈ। ਉਹਨਾਂ ਨੂੰ ਇਹ ਸ਼ੱਕ ਸੀ ਜਾਂ ਉਹਨਾਂ ਕੋਲ ਇਨਫੋਰਮੇਸ਼ਨ ਸੀ ਕਿ ਇੱਥੇ ਟੈਲੀਫੋਨ ਦੇ ਜ਼ਰੀਏ ਸਾਰਾ ਕੁਝ ਕੀਤਾ ਜਾਂਦਾ ਹੈ। ਟੈਲੀਫੋਨ ਤਲਾਸ਼ੀ ਵਗੈਰਾ ਦਾ ਟੈਲੀਫੋਨ ਵਗੈਰਾ ਨਹੀਂ ਮਿਲਿਆ। ਨਾਲੇ ਬੰਦੇ ਰੱਖਦੇ ਨਹੀਂ ਹੁੰਦੇ ਆਪਦੇ ਕੋਲ, ਇਹਨਾਂ ਦੇ ਤਾਂ ਜਿਹੜੇ ਭਾਂਡੇ ਭੁੰਡੇ ਮਾਂਜਦੇ ਉਹਨਾਂ ਕੋਲ ਹੁੰਦੇ। ਚਲੋ ਨਹੀਂ ਮਿਲਿਆ, ਅੰਦਰ ਕਈ ਵਾਰੀ ਰੱਖ ਵੀ ਲੈਂਦੇ ਹੁੰਦੇ ਆਪ, ਜਿਵੇਂ ਸਿਲਸਿਲਾ ਹੁੰਦਾ ਜਦੋਂ ਵੀ ਆਪਾਂ ਨੂੰ ਕਿਹਨੇ ਪੁੱਛਣਾ। ਉਹ ਨਹੀਂ ਸੀ ਤੇ ਪਰ ਉਹਦੇ ਚ ਨਾਲ ਅਗਲੀ ਗੱਲ ਉਹਨੇ ਕਹਿਤੀ, ਕਹਿੰਦੇ ਜੀ ਜਦੋਂ ਮੰਤਰੀ ਜੀ ਅੰਦਰ ਗਏ ਹੈ ਤੇ ਮੰਤਰੀ ਜੀ ਦੇ ਨਾਲ ਉਹਨਾਂ ਦੇ ਗਨਮੈਨ ਵੀ ਗਏ ਹੈ। ਉਹਨਾਂ ਗਨਮੈਨਾਂ ਦੇ ਕੋਲੇ ਵੈਪਨ ਸੀ। ਇੱਕ ਤਸਵੀਰ ਵੀ ਜਿਹੜੀ ਜਾਰੀ ਕਰਤੀ ਬਿਰਸਾ ਸਿੰਘ ਬਲਟੋਹਾ ਨੇ। ਦਾਨੇਵਾਲੀਆ ਸਾਹਿਬ ਜੇਲ੍ਹ ਮੈਨੂਅਲ ਕਹਿੰਦਾ ਹੈ ਵੀ ਵੈਪਨ ਨਹੀਂ ਜਾ ਸਕਦਾ ਨਾ, ਕੋਈ ਕਿੱਡਾ ਹੀ ਵੱਡਾ ਬੰਦਾ ਹੋਵੇ ਵੈਪਨ ਨਹੀਂ ਜਾ ਸਕਦਾ, ਸਿਰਫ ਉਹਨਾਂ ਦੇ ਸਟਾਫ। ਨਾਲੇ ਜੇ ਜੇਲ੍ਹ ਮੰਤਰੀ ਅੰਦਰ ਗਿਆ ਤੇ ਉਹਨੂੰ ਐਂਟਰੀ ਵੀ ਪਾਉਣੀ ਪਊਗੀ। ਚਲੋ ਐਂਟਰੀ ਸ਼ਾਇਦ ਪਾਤੀ ਹੋਵੇ ਤਾਂ ਉਹ ਆਪ ਨਾ ਪਾਉਣਗੇ ਤਾਂ ਉਹ ਕਈ ਰੀ ਮੁਲਾਜ਼ਮ ਪਾ ਦਿੰਦੇ, ਪਰ ਜਿਹੜੀ ਉਹ ਜਿਹੜਾ ਉਹ ਹਥਿਆਰ ਚਲਾ ਗਿਆ ਬੜਾ ਗਲਤ ਹੈ। ਵੈਪਨ ਚਲੇ ਗਏ ਗਲਤ ਹੈ, ਇਹਦੇ ਤੇ ਵੀ ਰੌਲਾ ਪਾਈ ਜਾਂਦਾ। ਇਹ ਗੱਲ ਵੀ ਸ਼ਾਇਦ ਉਹਨਾਂ ਨੇ ਲਿਆਂਦੀ ਹੋਵੇ। ਫਿਰ ਉਹ ਕਹਿੰਦੇ ਜੀ ਵੀ ਰਾਤ ਨੂੰ ਜੀ ਫਿਰ ਇੱਕ DIG ਆਉਂਦਾ ਹੈ ਤੇ DIG ਆ ਕੇ ਕਹਿੰਦਾ ਵੀ ਇਹਦੀ ਬੈਰਕ ਬਦਲ ਦਿਓ। ਅੱਛਾ ਜੀ। ਬੈਰਕ ਬਦਲ ਕੇ ਤੇ ਉਹਨੂੰ ਬੈਰਕ ਕਿਹੜੀ ਚ ਲੈ ਕੇ ਗਏ? ਫਾਂਸੀ ਕੋਠੀ ਚ ਲੈ ਕੇ ਗਏ ਬਿਕਰਮ ਸਿੰਘ ਮਜੀਠੀਆ। ਅੱਛਾ ਜੀ। ਦਾਨੇਵਾਲੀਆ ਸਾਹਿਬ ਫਾਂਸੀ ਕੋਠੀ, ਤੁਹਾਨੂੰ ਪਤਾ ਵੀ ਫਾਂਸੀ ਕੋਠੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਜ਼ਾ ਹੈ। ਵੈਸੇ ਤਾਂ ਆਈਸੋਲੇਟਡ ਹੁੰਦਾ ਪਰ ਫਾਂਸੀ ਕੋਠੀ ਵੀ ਅੱਜ ਕੱਲ ਕਿਰਾਏ ਤੇ ਮਿਲਦੀ ਆ। ਨਹੀਂ ਉਹ ਜਿਹੜੀਆਂ ਉਹ ਕਿਰਾਏ ਤੇ ਮਿਲਦੀਆਂ ਤੇ ਜਿਹੜੀ ਫਾਂਸੀ ਦੇਣ ਤੋਂ ਉਹ ਜਿਹੜੀਆਂ ਚੱਕੀਆਂ ਕਿਰਾਏ ਤੇ ਚੱਕੀਆਂ ਕਿਰਾਏ ਤੇ ਮਿਲਦੀਆਂ। ਫਾਂਸੀ ਕੋਠੀ ਤਾਂ ਹੁੰਦੀ ਹੈ ਜਿੱਥੇ ਤੜਕੇ ਬੰਦੇ ਨੂੰ ਚੜਾਉਣਾ ਬਸ। ਜੇ ਇੱਕ ਤਾਂ ਊਂ ਰੱਖਿਆ ਜਾਣਾ ਤੇ ਫਿਰ ਫਾਂਸੀ ਕੋਠੀ ਦੇ ਵਿੱਚ ਰੱਖ ਕੇ ਉੱਥੇ ਉਹਨੂੰ ਤੜਕੇ ਗੱਡੇ ਚੜਾਉਣਾ ਹੁੰਦਾ। ਉਸ ਤਰ੍ਹਾਂ ਤੇ ਉਹ ਮਾਨਸਿਕ ਤੌਰ ਤੇ ਬੰਦਾ ਕਿੰਨਾ ਟੁੱਟਦਾ ਹੈ। ਉਹਨੇ ਇਤਰਾਜ਼ ਕੀਤਾ ਬਿਕਰਮ ਸਿੰਘ ਮਜੀਠੀਆ ਨੇ, ਭਾਈ ਇਹ ਕੀ ਗੱਲ, ਮੈਂ ਇੱਕ ਹਵਾਲਾਤੀ ਹਾਂ, ਮੈਂ ਤਾਂ ਜੁਡੀਸ਼ੀਅਲ ਰਿਮਾਂਡ ਦੇ ਉੱਤੇ, ਮੈਨੂੰ ਇਸ ਕੋਠੀ 'ਚ ਕਿਉਂ ਰੱਖਿਆ? ਫਿਰ ਕਹਿੰਦੇ ਜੀ ਚਲੋ ਉਹਨੂੰ ਇੱਕ ਹੋਰ ਕੋਠੀ 'ਚ ਲੈ ਗਏ। ਉਹ ਕਹਿੰਦੇ ਸ਼ਾਇਦ ਕੋਈ ਜੌੜੇ ਕੋਠੀ ਕੋਈ ਇਹੋ ਜਿਹੀ ਨਾ ਹੈ, ਜੋੜਾ ਇਹੋ ਜਿਹਾ ਨਾਮ ਦਾ। ਉਹ ਹੈ ਵੀ ਜਿਹੜੇ ਬੰਦੇ ਨੇ ਜੇਲ੍ਹ ਦੇ ਵਿੱਚ ਕੋਈ ਖੁਨਾਮੀ ਕੀਤੀ ਹੁੰਦੀ ਹੈ ਉਹਨਾਂ ਨੂੰ ਤਾੜਦੇ ਵਾਰ-ਵਾਰ, ਜਿਹਨਾਂ ਨੂੰ ਖੁਨਾਮੀ ਕੀਤੀ ਹੁੰਦੀ ਹੈ, ਜਿਹਨਾਂ ਨੂੰ ਕਹਿੰਦੇ ਐਨ ਇਹਨੂੰ ਪੂਰੀ ਤਰ੍ਹਾਂ ਬੰਦ ਕਰ ਦਿਓ। ਉਹ ਬੰਦ ਕਰ ਦਿਓ, ਤਾੜ ਦਿਓ ਕਹਿੰਦੇ ਹੁੰਦੇ। ਤਾੜ ਦਿਓ, ਤਾੜਨ ਵਾਲੀ ਗੱਲ ਉੱਥੇ ਰੱਖਿਆ। ਉਹ ਤੋਂ ਬਾਅਦ ਫਿਰ ਮਤਲਬ ਜਿਹੜੀ ਹੈਗੀ ਆ ਪ੍ਰੋਟੈਸਟ, ਹੁਣ ਉਹਨੇ ਪ੍ਰੋਟੈਸਟ ਇਹ ਕੀਤਾ, ਉਹਨੇ ਐਪਲੀਕੇਸ਼ਨ ਦੇ ਦਿੱਤੀ ਜੀ ਕਿ ਜੀ ਆਹ ਕੁਛ ਹੋ ਰਿਹਾ ਮੇਰੇ ਨਾਲ, ਇੱਕ ਮਾਨਸਿਕ ਪੀੜਾ ਜਿਹੜਾ ਹੈ, ਮੈਨੂੰ ਮਾਨਸਿਕ ਟੌਰਚਰ ਕੀਤਾ ਜਾ ਰਿਹਾ। ਇਹਦੇ ਤੇ ਦਾਨੇਵਾਲੀਆ ਸਾਹਿਬ ਅਦਾਲਤ ਨੇ ਨੋਟਿਸ ਲਿਆ। ਅੱਛਾ ਜੀ। ਇੱਕ ਤਾਂ ਅਦਾਲਤ ਨੇ ਕਿਹਾ ਕਿ ਅਗਲੀ ਪੇਸ਼ੀ ਦੇ ਉੱਤੇ ਬਿਕਰਮ ਸਿੰਘ ਮਜੀਠੀਆ ਨੂੰ ਖੁਦ ਜਿਹੜਾ ਹੈਗਾ ਪੇਸ਼ ਕਰਾ। ਦੂਜੀ ਅਦਾਲਤ ਨੇ ਇਹ ਗੱਲ ਕਹੀ ਹੈ ਕਿ ਸੁਪਰਡੈਂਟ ਜੇਲ੍ਹ ਆਪਣੀ ਰਿਪੋਰਟ ਪੇਸ਼ ਕਰੇ ਜੀ, ਔਰ ਅੱਜ ਹੀ ਉਹਦੇ ਤੇ ਮੇਰਾ ਖਿਆਲ ਹੈ ਸ਼ਾਇਦ ਹੁਣ ਤੱਕ ਤੁਹਾਡੇ ਕੋਲ ਆ ਗਈ ਹੋਵੇ, ਵੇਖ ਕੇ ਤੁਸੀਂ, ਅੱਜ ਉਹਦੇ ਤੇ ਸੁਣਵਾਈ ਹੋਣੀ ਸੀ ਜੀ, ਔਰ ਇਹ ਸੁਣਵਾਈ ਅੱਜ ਵੀ ਹੋਊਗੀ। ਸੁਣਵਾਈ ਲੰਬੀ ਵੀ ਪੈ ਸਕਦੀ ਹੈ। ਇਹਦੇ ਤੋਂ ਚਲੋ ਦੇਖੋ, ਬੰਦਾ ਜਿਹਨੇ ਜੁਰਮ ਕੀਤਾ ਹੈ, ਜਿਹਨੇ ਕੋਈ ਗੁਨਾਹ ਕੀਤਾ ਹੈ, ਜਿਹੜੇ ਬੰਦੀ ਹੈ, ਬੰਦੀਆਂ ਦੇ ਵੀ ਇੱਕ ਆਪਣੇ ਮਨੁੱਖੀ ਅਧਿਕਾਰ ਹੁੰਦੇ ਬਿਲਕੁਲ, ਹੱਕ ਹੁੰਦੇ ਸਾਰਿਆਂ ਦੇ ਹੁੰਦੇ ਆ। ਜੇ ਕਿਸੇ ਬੰਦੇ ਨੇ ਕੋਈ ਜੁਰਮ ਕੀਤਾ ਹੈ,
ਜੁਰਮ ਦੀ ਸਜ਼ਾ ਅਦਾਲਤ ਦੇ ਸਕਦੀ ਹੈ। ਅਦਾਲਤ ਤੋਂ ਉਰੇ ਹੋਰ ਕੋਈ ਵੀ ਨਹੀਂ। ਜਦੋਂ ਬੰਦਾ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ, ਇਹਦਾ ਮਤਲਬ ਅਦਾਲਤ ਦੀ ਕਸਟਡੀ ਬਿਲਕੁਲ ਬਿਲਕੁਲ। ਉਹ ਜੇਲ੍ਹ ਵਾਲਿਆਂ ਦਾ ਇੱਕ ਕਿਸਮ ਦਾ ਜਿਹੜਾ ਹੈਗਾ ਉਹਨਾਂ ਤੇ ਸੁਪੁਰਦ ਕੀਤਾ ਵਾ ਹੈ, ਵੀ ਉਹ ਕਸਟੋਡੀਅਨ ਆ, ਉਹ ਕਸਟੋਡੀਅਨ ਹੈ, ਉਹਨਾਂ ਨੇ ਉਹਦੀ ਰਾਖੀ ਕਰਨੀ ਹੈ, ਉਹਨੂੰ ਤੰਗ ਪਰੇਸ਼ਾਨ ਨਹੀਂ ਕਰਨਾ। ਇਹ ਚੀਜ਼ ਜਿਹੜੀ ਹੈਗੀ ਹੈ, ਇਹ ਚੀਜ਼ ਹੁਣ ਪਹਿਲੀ ਵਾਰੀ ਆਈ ਹੈ ਸਾਹਮਣੇ। ਹੁਣ ਗੱਲ ਤਾਂ ਇਹ ਵੀ ਵੱਡਾ ਬੰਦਾ ਜਿਹਦੇ ਅੱਗੇ ਪਿੱਛੇ ਮਤਲਬ ਜਿਹੜੇ ਹੈਗੇ ਆ ਅਧਿਕਾਰੀ ਫਿਰਦੇ ਹੋਣ ਤੇ ਉਹਨੂੰ ਫਿਰ ਇਸ ਤਰ੍ਹਾਂ ਜਿਹਦਾ ਹੋਣਾ ਪੈ ਜੇ। ਇੱਕ ਜਿਹੜੀ ਹੁੰਦੀ ਹੈ ਉਹਦੇ ਡੈਥ ਬਿਫੋਰ ਡੈਥ ਜੀ, ਡੈਥ ਬਿਫੋਰ ਡੈਥ ਇੱਕ ਸਜ਼ਾ ਹੁੰਦੀ ਹੈ, ਇੱਕ ਸਜ਼ਾ ਤੋਂ ਬਗੈਰ ਸਜ਼ਾ ਹੁੰਦੀ ਹੈ, ਆਉਣ ਵਾਲਾ ਨਹੀਂ ਸਜ਼ਾ। ਡੈਥ ਬਿਫੋਰ ਡੈਥ ਕੀ ਹੁੰਦੀ ਹੈ ਕਿ ਬੰਦਾ ਕੋਈ ਖੂਹ 'ਚ ਛਾਲ ਮਾਰਦਾ ਹੈ, ਇਹ ਨਹੀਂ ਕਿ ਖੂਹ ਦੇ ਵਿੱਚ ਡੁੱਬ ਕੇ ਮਰਦਾ ਹੁੰਦਾ ਹੈ। ਅਸਲ ਦੇ ਵਿੱਚ ਉਹ ਜਿਹੜੀ ਹੈ ਨਾ ਉਹਦਾ ਦਿਲ ਪਹਿਲਾਂ ਹੀ ਜੀ ਜਿਹੜਾ ਕੰਮ ਛੱਡ ਜਾਂਦਾ ਹੈ, ਬੰਦਾ ਰਸਤੇ 'ਚ ਹੀ ਮਰ ਜਾਂਦਾ ਹੁੰਦਾ ਹੈ ਤੇ ਉਹ ਡਿੱਗਦਾ ਮਗਰੋਂ ਹੁੰਦਾ, ਮਰ ਪਹਿਲਾਂ ਜਾਂਦਾ ਕਿਉਂਕਿ ਦਹਿਲ ਜਾਂਦਾ ਹੈ। ਇਹ ਜਿਹੜੀ ਹੈ ਇਹ ਸਜ਼ਾ ਤੋਂ ਪਹਿਲਾਂ ਸਜ਼ਾ, ਲਾਈਕ ਡੈਥ ਬਿਫੋਰ ਡੈਥ। ਪਰ ਪਰਿਵਾਰ ਹਜੇ ਕੋਈ ਬਾਲਾ ਨਹੀਂ ਇਸ ਤੇ ਕੋਈ ਬੋਲ ਰਿਹਾ ਨਹੀਂ। ਜਦੋਂ ਪਰਿਵਾਰ ਦਾ ਬੋਲਣ ਦੀ ਲੋੜ ਨਹੀਂ ਨਾ, ਜਦੋਂ ਵਕੀਲ ਉਹ ਅਦਾਲਤ ਹੁਣ ਸ਼ੁਰੂ ਦੇ ਵਿੱਚ ਤਾਂ ਤੁਸੀਂ ਦੇਖੋ ਵੀ ਟੈਂਟ ਵੀ ਲੱਗ ਗਿਆ ਸੀ, ਉੱਥੇ ਲੰਗਰ ਪਾਣੀ ਵੀ ਸ਼ੁਰੂ ਹੋ ਗਿਆ ਸੀ। ਉਹ ਤਾਂ ਹੁਣ ਕੰਮ ਬੰਦ ਹੋ ਗਿਆ, ਉਹਦਾ ਕੰਮ ਬੰਦ ਹੋ ਗਿਆ, ਉਹ ਕੰਮ ਬੰਦ ਹੋ ਗਿਆ। ਹੁਣ ਉਹਨਾਂ ਨੂੰ ਪਤਾ ਕਿ ਇੱਕ ਲੀਗਲ ਲੜਾਈ ਹੈ, ਕਾਨੂੰਨੀ ਲੜਾਈ ਹੈ। ਹੁਣ ਇਹ ਤਾਂ ਹੈ ਨਹੀਂ ਇੱਥੇ ਵੀ ਇੱਥੇ ਕੋਈ ਮੂਵਮੈਂਟ ਸ਼ੁਰੂ ਕਰਨੀ ਹੈ। MLA ਤਾਂ ਕੁੱਲ ਮਿਲਾ ਕੇ ਤਿੰਨਾਂ ਦੇ ਵਿੱਚੋਂ ਹਲੇ ਦੋਵਾਂ ਨੇ ਸਹੁੰ ਚੁੱਕੀ ਹੈ, ਬੀਬੀ ਆਜੀ ਨੇ ਤਾਂ ਸਹੁੰ ਵੀ ਨਹੀਂ ਚੁੱਕੀ। ਠੀਕ ਹੈ ਨਾ। ਇਹ ਲੜਾਈ ਵੀ ਦਾਨੇਵਾਲੀਆ ਸਾਹਿਬ ਜਿਹੜੀ ਜਨਤਕ ਲੜਾਈ ਉਦੋਂ ਲੜੀ ਜਾਂਦੀ ਹੈ। ਅੱਛਾ ਇੱਕ ਜੀ ਦੱਸੋ, ਜੇ ਕੋਈ ਬੰਦਾ ਸਹੁੰ ਕਿੰਨੀ ਦੇਰ ਨਾਲ ਚੱਕੇ ਤੇ ਉਹਦੀ ਮੈਂਬਰਸ਼ਿਪ ਕੈਂਸਲ ਹੋ ਸਕਦੀ ਹੈ? ਇਹਦੇ ਬਾਰੇ ਮੈਂ ਕਲੀਅਰ ਨਹੀਂ ਹੈ। ਵੈਸੇ ਮੇਰਾ ਖਿਆਲ ਹੈ ਇਹਦੀ ਜ਼ਰੂਰ ਬਣਾਇਆ ਤਾਂ ਕੁਛ ਹੋਊਗਾ ਬਣਾਇਆ, ਨਿਯਮ ਤਾਂ ਕੋਈ ਬਣਾਇਆ, ਨਿਯਮ ਤਾਂ ਬਣਾਇਆ ਹੋਊਗਾ, ਪਤਾ ਕਰ ਲਾਂਗੇ। ਵੈਸੇ ਜ਼ਰੂਰੀ ਹੈ, ਇਹ ਤਾਂ ਮੇਰੀ ਜਾਣਕਾਰੀ ਇਹਦੀ ਵੀ ਜਾਣਕਾਰੀ ਰੱਖਣੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ। ਫਿਰ ਮੁਲਾਕਾਤ ਹੋਏਗੀ ਨਵੇਂ ਮੁੱਦਿਆਂ ਦੇ ਨਾਲ, ਨਵੇਂ ਵਿਸ਼ਿਆਂ ਦੇ ਨਾਲ ਕੱਲ੍ਹ ਨੂੰ। ਤੇ ਫਿਲਹਾਲ ਮੈਨੂੰ ਸਵਰਨ ਸਿੰਘ ਦਾਨੇਵਾਲੀ ਨੂੰ ਦਿਓ ਜੀ ਇਜਾਜ਼ਤ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਸ਼ਮਾਦਾਨ।